ਹਾਂ ਪੁੱਤਰ ਕਲਗੀਧਰ ਦਾ ਮੈਨੂੰ ਸ਼ਸਤਰ ਧਾਰੀ ਕਹਿਣ। ਮੈਂ ਹਾਂ ਪੁੱਤਰ ਕਲਗੀਧਰ ਦਾ ਮੈਨੂੰ ਸ਼ਸਤਰ ਧਾਰੀ ਕਹਿਣ। ਖੜਗ ਖੰਜਰ ਕਟਾਰ ਸਦਾ ਮੇਰੇ ਕਮਰ ਕੱਸੇ ਵਿੱਚ ਰਹਿਣ। ਮੇਰੇ ਤੀਰ ਨੇ ਐਵੇਂ ਸ਼ੂਕਦੇ ਜਿਵੇਂ ਬਹਿੰਦੇ ਜਾਂਦੇ ਬੈਣ। ਮੇਰੇ ਚੱਕਰ ਦਮਾਲੇ ਦੋ ਨੇ ਸਦਾ ਫਤਿਹ ਗੁਰੂ ਦੀ ਕਹਿਣ। ਮੇਰੇ ਚੱਕਰ ਦਮਾਲੇ ਦੋ ਨੇ ਸਦਾ ਫਤਿਹ ਗੁਰੂ ਦੀ ਕਹਿਣ। ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜਿਹੜਾ ਪ੍ਰਚਾਰ ਕਰਦੇ ਨੂੰ ਸਿੱਖੀ ਦਾ, ਤੇ ਕਿੱਥੇ ਕਿੱਥੇ ਹੁਣ ਜਾ ਕੇ ਤੁਸੀਂ ਸ਼ਸਤਰਾਂ ਦਾ ਪ੍ਰਚਾਰ ਕਰ ਰਹੇ ਹੋ? ਇਹ ਲਗਭਗ ਵੀਰ ਜੀ 2015 ਤੋਂ ਜਿਹੜਾ ਪ੍ਰਚਾਰ ਸ਼ੁਰੂ ਹੈ ਬਾਣੀ ਅਤੇ ਬਾਣੇ ਦਾ, ਸ਼ਸਤਰ ਵਸਤਰਾਂ ਦਾ। ਵੱਡੇ ਵਡੇਰੇ ਜਿਹੜੇ ਜਰਨੈਲ ਹੋਏ ਨੇ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ, ਬੇਅੰਤ ਸਾਡੇ ਸਿੱਖ ਧਰਮ ਦੇ ਜਰਨੈਲ ਹੋਏ ਨੇ। ਇਹ ਜਿਹੇ ਉਹ ਜੰਗੀ ਸ਼ਸਤਰ ਪਹਿਨ ਕੇ ਜੰਗ ਦੇ ਵਿੱਚ ਜੂਝਿਆ ਕਰਦੇ ਸਨ, ਤੇ ਇਹ ਸਾਡੀ ਵਿਰਾਸਤ ਹੈ। ਮੈਂ ਖਾਲਸਾ ਵੀਰ ਜਵਾਨ ਮੈਨੂੰ ਜਾਣੇ ਕੁੱਲ ਜਹਾਨ। ਮੈਂ ਖਾਲਸਾ ਵੀਰ ਜਵਾਨ ਮੈਨੂੰ ਜਾਣੇ ਕੁੱਲ ਜਹਾਨ। ਮੈਂ ਸੂਰ ਬੀਰ ਬਲਵਾਨ ਮੇਰੀ ਉੱਚੀ ਸੁੱਚੀ ਸ਼ਾਨ। ਮੇਰੇ ਹੱਥ ਦੇ ਵਿੱਚ ਸ਼ਮਸ਼ੀਰ ਮੇਰੇ ਪੱਥੇ ਵਿੱਚ ਹਨ ਤੀਰ। ਮੇਰੇ ਮੋਢੇ ਉੱਤੇ ਕਮਾਨ ਮੇਰੀ ਉੱਚੀ ਸੁੱਚੀ ਸ਼ਾਨ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਤੀਰ ਕਮਾਨ ਸੀ ਉਹ 9 ਟੰਕੀ ਸੀ ਜੀ। ਇੱਕ ਟੰਕ 25 ਕਿਲੋ ਦਾ ਹੁੰਦਾ। 9 ਟੰਕੀ ਕਮਾਨ ਨੂੰ ਉਹ ਮਨੁੱਖ ਖਿੱਚ ਸਕਦਾ ਹੈ ਜੋ ਇੱਕ ਹੱਥ ਦੇ ਨਾਲ 496 ਪੌਂਡ ਭਾਵ 2 ਕੁਆਂਟਲ 25 ਕਿਲੋ ਵਜ਼ਨ ਆਸਾਨੀ ਦੇ ਨਾਲ ਇੱਕ ਹੱਥ ਦੇ ਨਾਲ ਚੁੱਕ ਸਕਦਾ ਹੋਵੇ। ਕਹਿਣ ਦਾ ਭਾਵ ਸੰਗਤ ਜੀ, ਇਸ ਤਰ੍ਹਾਂ 2 ਕੁਆਂਟਲ 25 ਕਿਲੋ ਵਜ਼ਨ ਚੁੱਕਣ ਨੂੰ ਜ਼ੋਰ ਲੱਗਦਾ ਹੈ, ਉਨਾ ਕਲਗੀਧਰ ਪਾਤਸ਼ਾਹ ਜੀ ਦੀ ਜਿਹੜੀ ਕਮਾਨ ਸੀ ਉਹਨੂੰ ਇੱਦਾਂ ਖਿੱਚਣ ਨੂੰ ਜ਼ੋਰ ਲੱਗਦਾ ਸੀ। ਤੇ ਜਦੋਂ ਕਮਾਨ ਦੇ ਵਿੱਚੋਂ ਤੀਰ ਨਿਕਲਦਾ ਸੀ, ਕਈ ਦੁਸ਼ਮਣਾਂ ਦੇ ਸੀਨੇ ਪਾੜ ਕੇ ਨਿਕਲਦਾ ਸੀ। ਮਾਂ ਗੁਜਰੀ ਦੇ ਹੀਰਿਆ ਤੇਰੇ ਚੋਜ ਨਿਆਰੇ। ਸਿਰ ਤੇ ਕਲਗੀ ਫੱਬਦੀ ਹੱਥ ਵਿੱਚ ਤੇਗ ਮਾਰੇ ਲਿਸ਼ਕਾਰੇ। ਤੇਰੇ ਜਹਾਨਾ ਦਾਨੀ ਜਗ ਤੇ ਜੋ ਪੁੱਤਰਾਂ ਨੂੰ ਵਾਰੇ। ਤੇਰੇ ਜਹਾਨਾ ਦਾਨੀ ਜਗ ਤੇ ਜੋ ਪੁੱਤਰਾਂ ਨੂੰ ਵਾਰੇ। ਮਾਂ ਗੁਜਰੀ ਦੇ ਹੀਰਿਆ ਤੇਰੇ ਚੋਜ ਨਿਆਰੇ। ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਇੱਕ ਵਾਰ ਫਿਰ ਤੋਂ ਹਰਜੀਤ ਗਰੇਵਾਲ ਸਵਾਗਤ ਕਰਦਾ ਹਾਂ। ਅੱਜ ਤੁਹਾਨੂੰ ਜਿਹੇ ਇੱਕ ਗੁਰਸਿੱਖ ਨੌਜਵਾਨਾਂ ਮਿਲਾਉਣ ਜਾ ਰਹੇ ਹਾਂ ਜਿਹੜਾ ਕਿ ਗੁਰਸਿੱਖੀ ਦਾ ਪ੍ਰਚਾਰ ਕਰ ਰਿਹਾ ਸ਼ਹਿਰ ਸ਼ਹਿਰ ਜਾ ਕੇ, ਅਤੇ ਨਾਲ ਹੀ ਜਿਹੜੀ ਆਪਣੀ ਕਿਰਤ ਵੀ ਕਰ ਰਿਹਾ ਵਾ। ਅਸੀਂ ਗੱਲ ਕਰ ਰਹੇ ਹਾਂ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਭਾਈ ਰਜਿੰਦਰ ਸਿੰਘ ਸ਼ਸਤਰਧਾਰੀ ਕਵੀ ਦੇ ਨਾਲ। ਆਓ ਗੱਲਬਾਤ ਕਰਦੇ ਹਾਂ। ਹਾਂਜੀ ਬਾਬਾ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਰਜਿੰਦਰ ਜੀ, ਮੈਨੂੰ ਇਹ ਦੱਸੋ, ਤੁਸੀਂ ਗੁਰਸਿੱਖ ਹੈਗੇ ਜੇ ਪੂਰੇ, ਨਾਲ ਹੀ ਤੁਸੀਂ ਇੱਕ ਨੌਜਵਾਨ ਵੀ ਜੇ, ਤੁਹਾਡੀ ਉਮਰ ਕਿੰਨੀ ਆ? ਮੇਰੀ ਉਮਰ ਲਗਭਗ ਜੀ 27 ਸਾਲ ਦੀ। ਠੀਕ ਹੈ ਜੀ। ਮੈਨੂੰ ਇਹ ਦੱਸੋ ਵੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜਿਹੜਾ ਪ੍ਰਚਾਰ ਕਰਦੇ ਨੂੰ ਸਿੱਖੀ ਦਾ, ਤੇ ਕਿੱਥੇ ਕਿੱਥੇ ਹੁਣ ਜਾ ਕੇ ਤੁਸੀਂ ਸ਼ਸਤਰਾਂ ਦਾ ਪ੍ਰਚਾਰ ਕਰ ਰਹੇ ਹੋ? ਕੀ ਕਹਿਣਾ ਚਾਹੋਗੇ? ਇਹ ਲਗਭਗ ਵੀਰ ਜੀ 2015 ਤੋਂ ਜਿਹੜਾ ਪ੍ਰਚਾਰ ਸ਼ੁਰੂ ਹੈ ਬਾਣੀ ਅਤੇ ਬਾਣੇ ਦਾ, ਸ਼ਸਤਰ ਵਸਤਰਾਂ ਦਾ। ਇਹ ਕਾਫੀ ਦੂਰ ਜਿਹੜਾ ਜਾਣ ਦਾ ਸਮਾਂ ਮਿਲਿਆ। ਜਿਵੇਂ ਮੈਂ ਉਹ ਫਤਿਹਗੜ੍ਹ ਸਾਹਿਬ ਤੋਂ ਹੀ ਸ਼ੁਰੂ ਕਰ ਲਵਾਂ। ਫਤਿਹਗੜ੍ਹ ਸਾਹਿਬ ਤੋਂ ਅੱਗੇ ਮੰਡੀ ਗੋਬਿੰਦਗੜ੍ਹ, ਖੰਨਾ ਹੋ ਗਿਆ, ਅੱਗੇ ਲੁਧਿਆਣਾ, ਜਲੰਧਰ, ਫਗਵਾੜਾ, ਅੰਮ੍ਰਿਤਸਰ ਸਾਹਿਬ, ਤਰਨਤਾਰਨ ਸਾਹਿਬ, ਸ਼੍ਰੀ ਗੋਇੰਦਵਾਲ ਸਾਹਿਬ। ਇਸ ਤੋਂ ਅੱਗੇ ਨਿਕਲ ਜਾਓ ਤੁਸੀਂ ਗੁਰਦਾਸਪੁਰ, ਪਠਾਨਕੋਟ, ਜੰਮੂ, ਅੱਗੇ ਉਸ ਤੋਂ ਅੱਗੇ ਕਟੜਾ ਸ਼ਹਿਰ ਪੈ ਜਾਂਦਾ। ਇੱਧਰ ਨੂੰ ਚੱਲ ਜਾਓ ਵਾਹਿਗੁਰੂ ਦੀ ਹੇਮਕੁੰਟ ਸਾਹਿਬ ਵਾਲੀ ਸਾਈਡ ਹੋ ਗਿਆ, ਪੌਂਟਾ ਸਾਹਿਬ ਹੋ ਗਿਆ, ਰਿਸ਼ੀਕੇਸ਼ ਹੋ ਗਿਆ। ਕਾਫੀ ਜਗ੍ਹਾ ਜਿਹੜਾ ਬਹੁਤ ਜਗ੍ਹਾ ਦੇ ਨਾਂ ਜਿਹੜੇ ਮੈਨੂੰ ਵੀ ਨਹੀਂ ਯਾਦ। ਮੈਂ ਕਾਫੀ ਦੂਰ ਜਿਹੜਾ ਜਾਣ ਦਾ ਸਮਾਂ ਵੀ ਮਿਲਿਆ, ਅਤੇ ਉੱਥੇ ਜਾ ਕੇ ਆਪਦੇ ਮੈਂ ਸ਼ਸਤਰ ਜਿਹੜੇ ਉਹ ਪ੍ਰਚਾਰ ਦੀ ਸੇਵਾ ਵਿੱਚ
ਸੰਗਤਾਂ ਨੂੰ ਪ੍ਰੈਕਟੀਕਲੀ ਜਾਣਕਾਰੀ ਦਿੰਦਾ ਕਿ ਇਹ ਜੋ ਸਾਡੇ ਸ਼ਸਤਰ ਨੇ, ਸਾਡੀ ਵਿਰਾਸਤ ਹੈ, ਉਹ ਜੋ ਇਹ ਸ਼ਸਤਰ ਨੇ ਸਾਡੇ ਵੱਡੇ ਵਡੇਰੇ ਜਿਹੜੇ ਜਰਨੈਲ ਹੋਏ ਨੇ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ, ਬੇਅੰਤ ਸਾਡੇ ਸਿੱਖ ਧਰਮ ਦੇ ਜਰਨੈਲ ਹੋਏ ਨੇ। ਇਹ ਜੋ ਜੰਗੀ ਸ਼ਸਤਰ ਪਹਿਨ ਕੇ ਜੰਗ ਦੇ ਵਿੱਚ ਜੂਝਿਆ ਕਰਦੇ ਸਨ ਤੇ ਇਹ ਸਾਡੀ ਵਿਰਾਸਤ ਹੈ। ਅੱਜ ਵੀ ਸਮੇਂ ਦੀ ਲੋੜ ਹੈ ਕਿ ਹਰੇਕ ਘਰ ਦੇ ਵਿੱਚ ਸ਼ਸਤਰ ਹੋਣੇ ਜ਼ਰੂਰੀ ਨੇ, ਕਿਉਂਕਿ ਅੱਜ ਕੱਲ੍ਹ ਦੇਖੀਦਾ ਸੰਸਾਰ ਦੇ ਵਿੱਚ ਸੰਗਤ ਜੀ ਜਿਹੜਾ ਕਿ ਸਰਦਾਰਾਂ ਦੇ ਉੱਪਰ ਹਮਲੇ ਬਹੁਤ ਹੋ ਰਹੇ ਨੇ। ਕਾਰਨ ਇਹੀ ਹੈ ਕਿ ਅਸੀਂ ਸ਼ਸਤਰ ਨਹੀਂ ਧਾਰਨ ਕਰਦੇ। ਤੇ ਮੈਂ ਇੱਕ ਇਹੀ ਸੁਨੇਹਾ ਘਰ ਘਰ ਪਹੁੰਚਾਉਣ ਦਾ ਯਤਨ ਕਰਦਾ ਕਿ ਜਿਹੜੇ ਸ਼ਸਤਰ ਘਰ ਘਰ ਦੇ ਵਿੱਚ ਹੋਣੇ ਚਾਹੀਦੇ ਹਨ ਤੇ ਹਮੇਸ਼ਾ ਜਿਹੜੇ ਸਰੀਰ ਦੇ ਨਾਲ ਧਾਰਨ ਕਰਕੇ ਰੱਖਣ ਦਾ ਆਪਾਂ ਯਤਨ ਕਰੀਏ। ਪਰ ਬਾਬਾ ਜੀ ਮੈਨੂੰ ਦੱਸੋ ਵੀ ਤੁਹਾਡੇ ਮਨ 'ਚ ਵਿਚਾਰ ਕਿਸ ਤਰ੍ਹਾਂ ਆਇਆ ਵੀ ਤੁਸੀਂ ਜਾ ਕੇ ਜਿਹੜੇ ਪਿੰਡ ਜਾ ਕੇ ਸ਼ਹਿਰ ਜਾ ਕੇ ਜਿਹੜਾ ਸ਼ਸਤਰਾਂ ਜਿਹੜੀ ਹੈ ਤੁਸੀਂ ਪ੍ਰਚਾਰ ਕਰ ਰਹੇ ਹੋ, ਸਿੱਖੀ ਦਾ ਪ੍ਰਚਾਰ ਕਰ ਰਹੇ ਹੋ, ਨਾਲ ਤੁਸੀਂ ਕਿਰਤ ਕਰ ਰਹੇ ਹੋ, ਇਹ ਤੁਹਾਡੇ ਜ਼ਿਹਨ ਕਿਸ ਤਰ੍ਹਾਂ ਵੀ ਇਹ ਕੰਮ ਜਿਹੜੇ ਇੱਕ ਦੇ ਨਾਲ ਦੋ ਕਾਰਜਾਂ ਦਾ ਕੰਮ ਹੋ ਸਕਣ? ਇਹ 2015 ਤੋਂ ਹੀ ਮੈਂ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਕਿ 2015 ਤੋਂ ਜਿਹੜੇ ਸ਼ਸਤਰ ਆ ਮੈਂ ਧਾਰਨ ਕਰਨੇ ਸ਼ੁਰੂ ਕਰੇ ਸੀ। ਉਹ ਕਵਿਤਾ ਦੇ ਬੋਲ ਸੀ। ਸਭ ਤੋਂ ਪਹਿਲਾਂ ਕਵਿਤਾ ਸੀ, ਮੈਂ ਖਾਲਸਾ ਵੀਰ ਜਵਾਨ ਮੈਨੂੰ ਜਾਣੇ ਕੁੱਲ ਜਹਾਨ, ਮੈਂ ਖਾਲਸਾ ਵੀਰ ਜਵਾਨ ਮੈਨੂੰ ਜਾਣੇ ਕੁੱਲ ਜਹਾਨ, ਮੈਂ ਸੂਰ ਬੀਰ ਬਲਵਾਨ ਮੇਰੀ ਉੱਚੀ ਸੁੱਚੀ ਸ਼ਾਨ, ਮੇਰੇ ਹੱਥ ਦੇ ਵਿੱਚ ਸ਼ਮਸ਼ੀਰ ਮੇਰੇ ਪੱਥੇ ਵਿੱਚ ਹਨ ਤੀਰ, ਮੇਰੇ ਮੋਢੇ ਉੱਤੇ ਕਮਾਨ ਮੇਰੀ ਉੱਚੀ ਸੁੱਚੀ ਸ਼ਾਨ। ਇਹ ਕਵਿਤਾ ਦੇ ਕੁਝ ਕੁ ਬੋਲ ਸੀ। ਉਹ ਕਵਿਤਾ ਦੇ ਬੋਲਾਂ ਨੂੰ ਕਹਿ ਲਓ ਮੁੱਖ ਰੱਖਦੇ ਹੋਏ ਉਸ ਤਰ੍ਹਾਂ ਦਾ ਹੀ ਕਹਿ ਲਓ ਸਿੱਖੀ ਸਰੂਪ ਧਾਰਨ ਕਰਕੇ ਸੰਗਤਾਂ ਦੇ ਮੂਹਰੇ ਹਾਜ਼ਰ ਹੋਇਆ। ਤੇ ਜਦੋਂ ਕਵਿਤਾ ਪੜ੍ਹੀ ਗਈ, ਕਵਿਤਾ ਪੜ੍ਹਨ ਤੋਂ ਬਾਅਦ ਸੰਗਤਾਂ ਦਾ ਬਹੁਤ ਸਾਰਾ ਜਿਹੜਾ ਪਿਆਰ ਮਿਲਿਆ ਤੇ ਪਿਆਰ ਮਿਲਣ ਕਰਕੇ ਹੀ ਫਿਰ ਅੱਗੇ ਜਿਹੜਾ ਇਹ ਕਾਰਜ ਸ਼ਸਤਰਾਂ ਦੇ ਪ੍ਰਚਾਰ ਦਾ ਆਰੰਭਿਆ ਗਿਆ। ਮੈਨੂੰ ਦੱਸੋ ਬਾਈ, ਤੁਸੀਂ ਪਰਿਵਾਰ 'ਚ ਤੁਹਾਡੇ ਕੌਣ ਕੌਣ ਆ ਤੇ ਘਰ ਦਾ ਜਿਹੜਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਵਾ, ਇਹ ਦੱਸੋ ਮੈਨੂੰ। ਪਰਿਵਾਰ ਦਾ ਗੁਜ਼ਾਰਾ ਇਸ ਤਰ੍ਹਾਂ ਜੀ, ਮੈਂ ਜਿਸ ਤਰ੍ਹਾਂ ਸ਼ਸਤਰਧਾਰੀ ਕਵੀ ਵੀ ਆ, ਨਾਲ ਸ਼ਸਤਰਾਂ ਦਾ ਜਿਹੜੀ ਮੈਂ ਕਿਰਤ ਵੀ ਕਰਦਾ। ਸ਼ਸਤਰ ਜਿੱਥੇ ਮੈਂ ਸੰਗਤਾਂ ਨੂੰ ਸ਼ਸਤਰਾਂ ਤੋਂ ਜਾਣੂ ਕਰਵਾਉਂਦਾ, ਉੱਥੇ ਸ਼ਸਤਰ ਮੈਂ ਨਾਲ ਸੇਲ ਵੀ ਕਰਦਾ ਏ ਵੀ ਉਹ ਜਿਹੜੇ ਸ਼ਸਤਰ ਅਗਲੇ ਸੰਗਤਾਂ ਮੇਰੇ ਤੋਂ ਖਰੀਦ ਕੇ ਫਿਰ ਉਹ ਮੈਨੂੰ ਜਿਹੜੀ ਮਾਇਆ ਮਿਲਦੀ ਉਹਦਾ ਮੈਂ ਦਸਵੰਧ ਕੱਢ ਕੇ ਆਪਦਾ ਤੇਲ ਪਾਣੀ ਦਾ ਖਰਚਾ ਕੱਢ ਕੇ ਆਪਦਾ ਫਿਰ ਸਾਰਾ ਜਿਹੜਾ ਘਰ ਦਾ ਸਰਕਲ ਚਲਾਉਂਦਾ। ਮੈਨੂੰ ਦੱਸੋ ਵੀ ਜਦੋਂ ਤੁਸੀਂ ਜਾਂਦੇ ਜੇ ਪਿੰਡ ਸ਼ਹਿਰ ਜਾਂਦੇ, ਜਦੋਂ ਤੁਸੀਂ ਕਿਸੇ ਵੀ ਧਾਰਮਿਕ ਸਥਾਨ 'ਤੇ ਜਿਹੜੇ ਰੱਖ ਕੇ ਸ਼ਸਤਰ ਜਿਹੜਾ ਪ੍ਰਚਾਰ ਕਰਦੇ ਹੋ ਸਿੱਖੀ ਦਾ, ਉੱਥੇ ਜਿਹੜੇ ਲੋਕ ਆਉਂਦੇ ਨੇ, ਲੋਕ ਤੁਹਾਨੂੰ ਕਿੰਨਾ ਕੁ ਉੱਥੇ ਮਾਨ ਸਨਮਾਨ ਦਿੰਦੇ ਨੇ ਤੇ ਲੋਕ ਕਿੰਨੇ ਕੁ ਜਿਹੜਾ ਪ੍ਰਭਾਵਿਤ ਹੁੰਦੇ ਨੇ ਸਿੱਖੀ ਦੇ ਵੱਲ ਜੁੜਨ ਵਾਸਤੇ? ਵੀਰ ਜੀ ਜਿੱਥੋਂ ਦੇਖੋ ਜਿੱਥੇ ਤੱਕ ਹੋ ਸਕਦਾ ਮੈਂ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਨਾ। ਤੇ ਜਿਹੜੀ ਸੰਗਤ ਹੈ ਬਹੁਤ ਸਾਰਾ ਪ੍ਰੇਮ ਪਿਆਰ ਬਖਸ਼ਦੀ ਆ, ਤਨ ਮਨ ਧਨ ਦੇ ਨਾਲ ਸੇਵਾ ਬਹੁਤ ਸੰਗਤਾਂ ਕਰਦੀਆਂ ਨੇ। ਤੇ ਦੂਸਰਾ ਇਹ ਸੰਗਤ ਜੀ ਜਿਹੜਾ ਕਿਰਤ ਦਾ ਆਰੰਭਿਆ ਕਾਰਜ ਆ ਵੀ ਇਹ ਵੀ ਨਾਲ ਆਪਾਂ ਸੰਗਤਾਂ ਨੂੰ ਰੱਖੀਦਾ ਹੈ ਮੂਹਰੇ ਵੀ ਸ਼ਸਤਰ ਖਰੀਦੋ, ਜੋ ਸ਼ਸਤਰ ਖਰੀਦ ਕੇ ਤੇ ਫਿਰ ਜੋ ਮਾਇਆ ਮਿਲਦੀ ਉਹਦੇ ਨਾਲ ਮੈਂ ਆਪਦਾ ਜਿਹੜਾ ਗੁਜ਼ਾਰਾ ਵੀ ਕਰਨ ਦਾ। ਮੈਨੂੰ ਦੱਸੋ ਬਾਬਾ ਜੀ, ਮੈਨੂੰ ਵੀ ਪਤਾ ਲੱਗਾ ਵੀ ਤੁਸੀਂ ਜਿਹੜਾ ਤੁਹਾਡਾ ਵਿਆਹ ਹੋਇਆ, ਤੁਹਾਡਾ ਜਿਹੜਾ ਆਨੰਦ ਕਾਰਜ ਹੋਇਆ ਬੜੇ ਸਿੰਪਲ ਤਰੀਕੇ ਨਾਲ ਹੋਇਆ ਵਾ, ਇਹ ਦੱਸੋ ਕਿੱਥੇ ਹੋਇਆ ਤੇ ਕਿਸ ਤਰ੍ਹਾਂ ਜਿਹੜਾ ਹੋਇਆ ਸਾਰਾ? ਜੀ ਮੇਰਾ ਆਨੰਦ ਕਾਰਜ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਜਿਹੜਾ ਕਹਿ ਲਓ ਮੈਂ ਮੋਟਰਸਾਈਕਲ ਤੇ ਸ਼੍ਰੀ ਤਰਨਤਾਰਨ ਸਾਹਿਬ ਦੀ ਧਰਤੀ ਤੇ ਆਇਆ। ਤੇ ਮੋਟਰਸਾਈਕਲ ਤੇ ਅਸੀਂ ਦੋਵੇਂ ਸਿੰਘ ਸਿੰਘਣੀਆਂ ਆਏ ਤੇ ਮੋਟਰਸਾਈਕਲ ਤੇ ਆ ਕੇ ਹੀ ਆਨੰਦ ਕਾਰਜ ਕਰਵਾ ਕੇ ਮੋਟਰਸਾਈਕਲ ਤੇ ਹੀ ਜਿਹੜਾ ਫਤਿਹਗੜ੍ਹ ਸਾਹਿਬ ਵਾਪਸ ਗਏ। ਲਗਭਗ ਕਹਿ ਲਓ ਵੀ 6 ਤੋਂ 7 ਘੰਟੇ ਦਾ ਰਸਤਾ ਮੈਨੂੰ ਮੋਟਰਸਾਈਕਲ ਤੇ ਆਉਣ ਨੂੰ ਲੱਗਿਆ। ਤੇ 13 ਅਪ੍ਰੈਲ ਨੂੰ ਜਿਹੜਾ ਮੈਂ ਤਰਨਤਾਰਨ ਸਾਹਿਬ ਪਹੁੰਚਿਆ, 14 ਅਪ੍ਰੈਲ ਨੂੰ ਜਿਹੜਾ ਮੇਰਾ ਆਨੰਦ ਕਾਰਜ ਹੋਇਆ, 15 ਅਪ੍ਰੈਲ ਨੂੰ ਜਿਹੜਾ ਮੈਂ ਫਿਰ ਆਪਣੇ ਘਰੇ ਵਾਪਸ ਜਾ ਕੇ ਆਪਣਾ ਖੁਸ਼ੀਆਂ ਜਿਹੜੇ ਗੁਰੂ ਸਾਹਿਬ ਨੇ ਬਖਸ਼ੀਆਂ ਉਹ ਮਨਾਈ। ਮੈਨੂੰ ਦੱਸੋ ਬਾਬਾ ਜੀ, ਜਦੋਂ ਤੁਸੀਂ ਸਿੱਖੀ ਦਾ ਪ੍ਰਚਾਰ ਕਰ ਰਹੇ ਹੋ, ਉੱਥੇ ਸਾਡੀ ਜਿਹੜੀ ਹੈ ਸਿੱਖਾਂ ਦੀ ਸਮੂਹ ਸੰਸਥਾ ਵਾ ਸ਼੍ਰੋਮਣੀ ਕਮੇਟੀ ਆ, ਕਦੀ ਉਹਨਾਂ ਨਾਲ ਸੰਪਰਕ ਹੋਇਆ ਤੁਹਾਡਾ ਨਾਲ? ਕਿਉਂਕਿ ਉਹ ਵੀ ਸਿੱਖੀ ਦੀ ਬੜੀ ਕਹਿ ਸਕਦੇ ਵੀ ਸੰਸਥਾ ਬੜੀ ਵੱਡੀ ਆ, ਤੇ ਉਹਨਾਂ ਨਾਲ ਵੀ ਤਾਂ ਸੰਪਰਕ ਹੋ ਸਕਿਆ ਵੀ ਜਿਹੜਾ ਤੁਸੀਂ ਪ੍ਰਚਾਰ ਕਰ ਰਹੇ ਹੋ ਪਿੰਡ ਜਾ ਕੇ ਸ਼ਹਿਰ ਜਾ ਕੇ, ਕਈ ਤੁਹਾਡੀ ਗੱਲਬਾਤ ਹੋਈ ਇਸ ਮਸਲੇ 'ਚ? ਉਹਨਾਂ ਨੇ ਹਾਲੇ ਤੱਕ ਮੈਨੂੰ ਚੰਗੀ ਤਰ੍ਹਾਂ ਸਪੋਰਟ ਨਹੀਂ ਕੀਤੀ ਜੀ, ਕਿ ਕੁਝ ਕੇ ਜਿਹੜਾ ਕਿਉਂਕਿ ਉਹਨਾਂ ਦੀ ਜੋ ਹੈ ਨਾ ਵੀ ਕਹਿ ਸਕਦੇ ਆ ਉਹਨਾਂ ਨੂੰ ਜੋ ਪਸੰਦ ਹੈ ਵੀ ਪੱਗ ਬੰਨੇ ਬੰਦਾ ਪ੍ਰਚਾਰ ਕਰਨ ਵਾਲਾ ਸ਼੍ਰੋਮਣੀ ਕਮੇਟੀ ਦੇ ਵਿੱਚ ਹੈ ਨਾ, ਜਾਂ ਸ੍ਰੀ ਸਾਹਿਬ ਨੀਚੇ ਨੂੰ ਪਾਵੇ ਜਾਂ ਕੈਲ ਕੁੜਤਾ ਜਾਮਾ ਪਾਵੇ। ਤੇ ਮੈਂ ਉਸ ਵਰਦੀ ਤੋਂ ਜਿਹੜਾ ਦੂਰ ਹਟ ਕੇ ਜੋ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਬਾਣੀ ਤੇ ਬਾਣਾ ਬਖਸ਼ਿਆ ਉਹ ਧਾਰਨ ਕਰਕੇ ਹੀ ਸ਼ਸਤਰ ਵਸਤਰ ਧਾਰਨ ਕਰਕੇ ਸੰਗਤਾਂ ਦੇ ਮੂਹਰੇ ਹਾਜ਼ਰ ਹੋਇਆ। ਤੇ ਅੱਜ ਜੇ ਦੇਖਿਆ ਜਾਵੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਦੇ ਵਿੱਚੋਂ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ 1.25 ਲੱਖ ਸ਼ਸਤਰਧਾਰੀ ਕਵੀ ਹੋਣ ਦਾ ਮਾਣ ਬਖਸ਼ਿਆ ਗੁਰੂ ਸਾਹਿਬ ਨੇ। ਵੀ ਇਕੱਲਾ ਹੀ ਸ਼ਸਤਰਧਾਰੀ ਕਵੀ ਹੈ, ਕਵੀ ਬਹੁਤ ਨੇ, ਕੋਈ ਦਾੜੀ ਰੰਗ ਦਾ, ਕੋਈ ਬੰਨ੍ਹ ਦਾ, ਬਹੁਤ ਤਰ੍ਹਾਂ ਦੇ ਨੇ, ਪਰ ਇਹ ਗੁਰੂ ਸਾਹਿਬ ਨੇ ਮੇਰੀ ਇੱਕ ਪਹਿਚਾਣ ਬਣਾਈ ਆ ਵੀ ਤੀਰ ਕਮਾਨ ਢਾਲ
ਕਿਰਪਾਨ, ਕਟਾਰ, ਬੇਅੰਤ ਸ਼ਸਤਰ ਸਜਾ ਕੇ ਜਿਹੜਾ ਸੰਗਤਾਂ ਦੇ ਮੂਹਰੇ ਹਾਜ਼ਰ ਹੁੰਦਾ ਹਾਂ। ਪਰ ਕੀ ਕਹਿਣਾ ਚਾਹੋਗੇ ਬਾਬੇ? ਅਸੀਂ ਦੇਖਦੇ ਹਾਂ ਵੀ ਗੁਰੂ ਕੀ ਲਾਡਲੀ ਫੌਜਾਂ ਨੇ ਜਿਹੜੇ ਨਿਹੰਗ ਸਿੰਘ ਨੇ, ਉਹ ਅਸੀਂ ਦੇਖਦੇ ਹਾਂ ਵੀ ਜ਼ਿਆਦਾਤਰ ਕੋਈ ਜਿਹੜਾ ਕੀ ਕਹਿੰਦੇ ਭੰਗ ਦੇ ਜਿਹੜੇ ਸਮਰਥਨ ਕਰ ਰਿਹਾ, ਕੋਈ ਹੋਰ ਚੀਜ਼ ਦਾ ਕਰ ਰਿਹਾ, ਤੁਸੀਂ ਇਸ ਤੇ ਕੀ ਕਹਿਣਾ ਚਾਹੋਗੇ? ਮੈਂ ਇਸ ਦਾ ਵਿਰੋਧ ਕਰਦਾ ਜੀ, ਕਿਉਂਕਿ ਮੈਂ ਦੇਖੋ ਜੋ ਦੇਗ ਦੀ ਮਰਿਆਦਾ ਹੈ ਉਹਨੂੰ ਨਮਸਕਾਰ ਹੈ, ਜੋ ਸਾਡੀ ਪੁਰਾਤਨ ਦੇਗ ਦੀ ਮਰਿਆਦਾ ਹੈ। ਪਰ ਕੁਝ ਕੁ ਸਾਡੇ ਕਹਿ ਸਕਦੇ ਆ ਨਿਹੰਗ ਸਿੰਘ ਬਾਣੇ ਦੇ ਅੰਦਰ ਸ਼ਰਾਰਤੀ ਅਨਸਰ, ਉਹ ਗੁਰੂ ਘਰਾਂ ਦੇ ਵਿੱਚ ਕੀ ਕਰਦੇ ਨੇ, ਭੰਗ ਵੇਚ ਕੇ, ਭੰਗ ਬਣਾ ਕੇ ਵੇਚਦੇ ਨੇ, ਭੰਗ ਦੀਆਂ ਟਿੱਕੀਆਂ ਵੇਚਦੇ ਨੇ, ਭੰਗ ਦੇ ਪਕੌੜੇ ਵੇਚਦੇ ਨੇ। ਉਹਦਾ ਜਿਹੜਾ ਸੁਨੇਹਾ ਏ ਸਿੱਖ ਧਰਮ ਦਾ ਸੁਨੇਹਾ, ਉਹ ਹੋਰ ਧਰਮਾਂ ਦੇ ਲੋਕਾਂ ਲਈ ਗਲਤ ਜਾ ਰਿਹਾ। ਕਿਉਂਕਿ ਅਗਲਾ ਜਿਹੜੇ ਹੁਣ ਕਹਿ ਸਕਦੇ ਕਿ ਸਹਿਜਧਾਰੀ ਵੀਰ ਆ ਕੋਈ, ਉਹਨੇ ਕੇਸ ਨਹੀਂ ਸਿਰ ਤੇ, ਉਹਨੇ ਕੇਸ ਰੱਖ ਕੇ ਸਿੱਖ ਧਰਮ ਧਾਰਨ ਕਰਨਾ ਹੈ, ਅੰਮ੍ਰਿਤ ਛਕ ਕੇ ਸਿੱਖ ਧਰਮ ਧਾਰਨ ਕਰਨਾ ਹੈ। ਪਰ ਉਹ ਜਦੋਂ ਦੇਖਦਾ ਕਿ ਸਿੱਖ ਧਰਮ ਦੇ ਵਿੱਚ ਜਿਹੜੀਆਂ ਭੰਗ ਦੀਆਂ ਟਿੱਕੀਆਂ, ਭੰਗ ਦੇ ਪਕੌੜੇ, ਭੰਗ ਵੇਚੀ ਜਾ ਰਹੀ, ਉਹ ਫਿਰ ਇਸ ਤੋਂ ਦੂਰ ਹੁੰਦਾ ਜਾ ਰਿਹਾ, ਜਿਹੜਾ ਕਿ ਬਹੁਤ ਹੀ ਗਲਤ ਹੈ। ਅਤੇ ਮੈਂ ਬੇਨਤੀ ਇਹੀ ਕਰਨੀ ਚਾਹੁੰਦਾ ਕਿ ਜਿਹੜੇ ਵੀ ਸਾਡੇ ਜਥੇਦਾਰ ਨੇ, ਉਹ ਇਸ ਜਿਹੜਾ ਕੰਮ ਇੱਦਾਂ ਦੇ ਕੰਮ ਕਰਦੇ ਨੇ, ਉਹਨਾਂ 'ਤੇ ਕਾਬੂ ਜ਼ਰੂਰ ਪਾਉਣ। ਬਾਬਾ ਜੀ ਇਹ ਦੱਸੋ ਮੈਨੂੰ, ਤੁਸੀਂ ਕੀ ਪੜ੍ਹਾਈ ਤੁਸੀਂ ਕਿੱਥੋਂ ਤੱਕ ਕੀਤੀ ਹੈਗੀ ਆ? ਮੈਂ ਪੜ੍ਹਾਈ ਜੀ +2 ਵੋਕੇਸ਼ਨ ਦੇ ਨਾਲ ਪਾਸ ਆ। ਉਸ ਤੋਂ ਬਾਅਦ ਜਿਹੜਾ ਕਿ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ, ਜਿਹੜਾ ਉੱਥੇ ਲਾਇਬ੍ਰੇਰੀ ਦੇ ਵਿੱਚ ਜਿਹੜੀ ਆ ਉੱਥੇ ਡਿਊਟੀ ਕਰਕੇ ਆਇਆ। ਫਿਰ ਨਾਲ ਉਸ ਸਮੇਂ ਵੀ ਮੈਂ ਜਿਹੜਾ ਪ੍ਰਚਾਰ ਦੀ ਸੇਵਾ ਕਰਦਾ ਸੀ, ਕਿਉਂਕਿ ਜਦੋਂ ਮੇਰੀ ਡਿਊਟੀ ਹੋਣੀ ਉਸ ਤੋਂ ਬਾਅਦ ਜਿਹੜਾ ਮੈਂ ਦਮਾਲਾ ਸਜਾ ਕੇ, ਬਾਣਾ ਧਾਰਨ ਕਰਕੇ, ਸ਼ਸਤਰ ਧਾਰਨ ਕਰਕੇ ਫਤਿਹਗੜ੍ਹ ਸਾਹਿਬ ਦੇ ਧਰਤੀ 'ਤੇ ਜਾ ਕੇ ਜਿਹੜਾ ਸੇਵਾ ਵੀ ਕਰਦਾ ਸੀ। ਅਤੇ ਉੱਥੋਂ ਹੀ ਜਿਹੜਾ ਅੱਗੇ ਫਿਰ ਸਮਾਗਮਾਂ ਦਾ ਜਿਹੜਾ ਦੌਰ ਚੱਲਿਆ। ਠੀਕ ਹੈ, ਮੈਨੂੰ ਦੱਸੋ ਬਾਬਾ ਜੀ, ਤੁਸੀਂ ਇੰਨੇ ਸ਼ਸਤਰ ਲੈ ਕੇ ਜਿਹੜਾ ਇੱਕ ਮੋਟਰਸਾਈਕਲ 'ਤੇ ਪੂਰਾ ਸਫ਼ਰ ਕਰ ਰਹੇ ਹੋ, ਪਿੰਡ ਪਿੰਡ ਜਾ ਕੇ, ਸ਼ਹਿਰ ਸ਼ਹਿਰ ਜਾ ਕੇ ਜਿਹੜਾ ਇੱਕ ਹੋਕਾ ਦੇ ਰਹੇ ਹੋ ਲੋਕਾਂ ਨੂੰ, ਸਿੱਖੀ ਦੇ ਨਾਲ ਜੋੜਨ ਵਾਸਤੇ ਗੱਲਬਾਤ ਕਰ ਰਹੇ ਹੋ, ਅਤੇ ਕਿੰਨੀਆਂ ਕੁ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ, ਕਿੰਨੇ ਕੁ ਮੁਸ਼ਕਲਾਂ? ਕਿਉਂਕਿ ਮੋਟਰਸਾਈਕਲ 'ਤੇ ਇੰਨੀ ਗਰਮੀ ਵੀ ਹੁੰਦੀ ਆ, ਬਰਸਾਤ ਵੀ ਪੈਣੀ ਹੁੰਦੀ ਆ, ਹਰ ਤਰ੍ਹਾਂ ਜਿਹੜਾ ਮੌਸਮ ਤੁਸੀਂ ਜਿਹੜਾ ਹੰਢਾਉਂਦੇ ਹੋ, ਕਿੰਨੇ ਕੁ ਔਕੜਾਂ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਹੈ? ਕਾਫੀ ਕਹਿ ਸਕਦੇ ਵੀ ਜੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ, ਕਿਉਂਕਿ ਜਦੋਂ ਮੋਟਰਸਾਈਕਲ ਚਲਾਉਂਦੇ ਆ ਹੈ ਨਾ, ਕਈ ਵਾਰੀ ਮੋਟਰਸਾਈਕਲ ਪੈਂਚਰ ਹੋ ਜਾਣਾ, ਕਿਉਂਕਿ ਸ਼ਸਤਰਾਂ ਦਾ ਵਜ਼ਨ ਬਹੁਤ ਜ਼ਿਆਦਾ, ਇੱਕ ਟਾਇਰ 'ਤੇ ਸਾਰਾ ਵਜ਼ਨ ਆ ਜਾਂਦਾ। ਕਈ ਵਾਰੀ ਜਿਹੜਾ ਮੋਟਰਸਾਈਕਲ ਪੈਂਚਰ ਹੋ ਗਿਆ, ਫਿਰ ਅੱਗੇ ਪੈਟਰੋਲ ਜਿਹੜਾ ਦੁਕਾਨ ਤੱਕ ਘੜੀਸ ਕੇ ਲੈ ਕੇ ਜਾਣਾ, ਚਲਾ ਕੇ ਲੈ ਕੇ ਜਾਣਾ ਬਹੁਤ ਮੁਸ਼ਕਿਲ ਹੈ। ਦੂਸਰਾ ਗਰਮੀ ਦੇ ਵਿੱਚ ਵੀ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ। ਦੂਸਰਾ ਜਿਹੜੀ ਧੁੱਪ ਹੈ ਸਾਰੀ ਆਪਣੇ ਸਰੀਰ ਦੇ ਉੱਪਰ ਪੈਂਦੀ ਹੈ। ਉਸ ਤੋਂ ਬਾਅਦ ਜੇ ਮੀਂਹ ਆ ਗਿਆ ਫਿਰ ਵੀ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ। ਠੀਕ ਹੈ, ਅਤੇ ਮੈਨੂੰ ਦੱਸੋ ਬਾਬਾ ਜੀ, ਕਦੀ ਤੁਹਾਡੇ ਨਾਲ ਕਿਸੇ ਸੰਸਥਾ ਨੇ, ਕਿਸੇ ਸੁਸਾਇਟੀ ਨੇ ਕਦੀ ਤੁਹਾਡੇ ਨਾਲ ਸੰਪਰਕ ਕੀਤਾ ਵੀ ਤੁਸੀਂ ਬੜਾ ਵਧੀਆ ਕੰਮ ਕਰ ਰਹੇ ਹੋ, ਸਿੱਖੀ ਨਾਲ ਲੋਕਾਂ ਨੂੰ ਜੋੜਨ ਵਾਸਤੇ, ਪਿੰਡ ਪਿੰਡ ਜਾ ਕੇ ਹੋਕਾ ਦਿਓ, ਲੋਕਾਂ ਨੂੰ ਗੁਰੂ ਦੇ ਬਾਣੇ ਵਾਲਾ ਬਣਨ ਵਾਸਤੇ ਕਹਿ ਰਹੇ ਹੋ, ਅੰਮ੍ਰਿਤ ਛਕਣ ਵਾਸਤੇ ਕਹਿ ਰਹੇ ਹੋ, ਕੀ ਗੱਲ ਕਿਸੇ ਸੰਸਥਾ ਨੇ, ਤੁਹਾਡੇ ਨਾਲ ਸੁਸਾਇਟੀ ਨੇ ਕਦੀ ਕਿਸੇ ਨੇ ਰਾਬਤਾ ਨਹੀਂ ਕੀਤਾ? ਮੇਰੇ ਨਾਲ ਦੇਖੋ ਜੀ, ਜਾਣਦੇ ਮੈਨੂੰ ਬਹੁਤ ਨੇ, ਲਗਭਗ ਸਾਰੇ ਵਿਸ਼ਵ ਦੇ ਵਿੱਚ ਕਹਿ ਲਓ ਸਾਰੇ ਕਹਿ ਸਕਦੇ ਸਿੰਘ ਮੈਨੂੰ ਜਾਣਦੇ ਨੇ, ਪਰ ਕਿਸੇ ਵੱਲੋਂ ਇੱਦਾਂ ਦਾ ਕੋਈ ਮੈਨੂੰ ਮਦਦ ਨਹੀਂ ਆਈ, ਅਤੇ ਨਾ ਮੈਂ ਕਦੇ ਨਾ ਹੀ ਕਿਸੇ ਤੋਂ ਆਸ ਰੱਖੀ। ਆਪਦੀ ਮਿਹਨਤ ਕਰਦੇ ਆ, ਆਪਣੀ ਮਿਹਨਤ ਕਰਕੇ ਹੀ ਜੋ ਵੀ ਹੈ ਗੱਡੀ ਗੁਰੂ ਸਾਹਿਬ ਆਉਣ ਸਮੇਂ 'ਚ ਬਖਸ਼ਣਗੇ ਉਹ ਲਵਾਂਗਾ। ਪਰ ਇੱਕ ਕਹਿ ਸਕਦਾ ਕਿ ਮੇਰੀ ਜਿਹੜੀ ਮਦਦ ਹੈ, ਇੱਕ ਜਿਸ ਤਰ੍ਹਾਂ ਹੁਣ ਸ਼ਸਤਰ ਮੈਂ ਲੈ ਕੇ ਆਂਦਾ ਏ ਮੋਟਰਸਾਈਕਲ 'ਤੇ ਹੈ ਨਾ, ਗੱਡੀ ਦੀ ਵੀ ਮੈਨੂੰ ਲੋੜ ਹੈ, ਪਰ ਉਹ ਕਿਸੇ ਵੀ ਸੰਸਥਾ ਵੱਲੋਂ ਕਹਿ ਸਕਦਾ ਜਾਂ ਕਿਸੇ ਸੁਸਾਇਟੀ ਵੱਲੋਂ ਨਹੀਂ, ਇੱਦਾਂ ਦੀ ਕੋਈ ਮਦਦ ਨਹੀਂ ਆਈ ਹਾਲੇ ਤੱਕ। ਮੈਨੂੰ ਦੱਸੋ ਬਾਬਾ ਜੀ, ਤੁਸੀਂ ਜ਼ਿਆਦਾਤਰ ਤੁਸੀਂ ਬਾਹਰ ਰਹਿੰਦੇ ਹੋ, ਤੁਸੀਂ ਪਿੰਡ ਪਿੰਡ ਸ਼ਹਿਰ ਸ਼ਹਿਰ ਪੰਜਾਬ ਦਾ ਹਰ ਕੋਨਾ ਤੁਸੀਂ ਘੁੰਮ ਆਏ ਜੇ, ਨੇਪਾਲ ਤੱਕ ਤੁਸੀਂ ਹੋ ਆਏ ਹੋ, ਠੀਕ ਹੈ। ਇਹ ਦੱਸੋ ਵੀ ਘਰ ਤੁਸੀਂ ਕਿੰਨੇ ਕੁ ਚਿਰ ਬਾਅਦ ਜਾਂਦੇ ਹੋ, ਕਿੰਨੇ ਕੁ ਮਹੀਨੇ ਤੁਹਾਨੂੰ ਲੱਗ ਜਾਂਦੇ ਵੀ ਸਾਰੇ ਮਹੀਨੇ ਤੁਸੀਂ ਬਾਹਰ ਰਹਿੰਦੇ ਹੋ, ਅਤੇ ਘਰ ਕਿੰਨੇ ਚਿਰ ਬਾਅਦ ਜਾਂਦੇ ਹੋ? ਘਰ ਮੈਂ ਦੇਖੋ ਵੀਰ ਜੀ, ਜਿਸ ਤਰ੍ਹਾਂ ਇੱਥੇ ਲਗਭਗ ਮੈਨੂੰ 1 ਹਫ਼ਤਾ ਲੱਗ ਗਿਆ, ਮੈਂ ਹਫ਼ਤੇ ਬਾਅਦ ਹੁਣ ਘਰ ਜਾਵਾਂਗਾ। ਜੋ ਮੈਨੂੰ ਕਿਰਤ ਕਰਨ ਤੋਂ ਬਾਅਦ ਜਿਹੜੀ ਮਾਇਆ ਪ੍ਰਾਪਤ ਹੋਈ ਹੈ ਉਹਦਾ ਦਸਵੰਧ ਕੱਢ ਕੇ ਆਪਦਾ, ਉਸ ਤੋਂ ਬਾਅਦ ਜਿਹੜੀ ਮਾਇਆ ਹੈ ਮੈਂ ਆਪਣੇ ਘਰ ਦੇ ਗੁਜ਼ਾਰੇ ਲਈ ਵਰਤਾਂਗਾ। ਠੀਕ ਹੈ, ਅਤੇ ਬਾਬਾ ਜੀ ਮੈਨੂੰ ਤੁਸੀਂ ਇਹ ਤੁਹਾਡੇ ਨਾਲ ਗੱਲਬਾਤ ਕਰਾਂਗਾ, ਤੁਸੀਂ ਨਾ ਮੈਨੂੰ ਥੋੜ੍ਹੀ ਕਵਿਤਾ ਸੁਣਾਓ ਜਿਹੜੀ ਤੁਹਾਨੂੰ ਤੁਸੀਂ ਤੁਹਾਡੇ ਨੂੰ ਲਿਖੀ ਹੋਈ ਹੈ, ਕਿਸ ਤਰ੍ਹਾਂ ਜਿਹੜੀ ਹੈ ਗੁਰੂ ਸਾਹਿਬ ਦੇ ਉੱਤੇ, ਉਹ ਸੁਣਾਓ ਪੰਕਤੀਆਂ। ਮੈਂ ਹਾਂ ਪੁੱਤਰ ਕਲਗੀਧਰ ਦਾ, ਮੈਨੂੰ ਸ਼ਸਤਰ ਧਾਰੀ ਕਹਿਣ, ਮੈਂ ਹਾਂ ਪੁੱਤਰ ਕਲਗੀਧਰ ਦਾ, ਮੈਨੂੰ ਸ਼ਸਤਰ ਧਾਰੀ ਕਹਿਣ, ਖੜਗ ਖੰਜਰ ਕਟਾਰ ਸਦਾ ਮੇਰੇ ਕਮਰ ਕੱਸੇ ਵਿੱਚ ਰਹਿਣ, ਮੇਰੇ ਤੀਰ ਨੇ ਐਵੇਂ ਸ਼ੂਕਦੇ ਜਿਵੇਂ ਬਹਿੰਦੇ ਜਾਂਦੇ ਬੈਣ, ਮੇਰੇ ਚੱਕਰ ਦਮਾਲੇ ਦੋ ਨੇ ਸਦਾ ਫਤਿਹ ਗੁਰੂ ਦੀ ਕਹਿਣ, ਮੇਰੇ ਚੱਕਰ ਦਮਾਲੇ ਦੋ ਨੇ ਸਦਾ ਫਤਿਹ ਗੁਰੂ ਦੀ ਕਹਿਣ। ਮਾਂ ਗੁਜਰੀ ਦੇ ਹੀਰੇ ਆ ਤੇਰੇ ਚੋਜ ਨਿਆਰੇ, ਸਿਰ 'ਤੇ ਕਲਗੀ ਫੱਬਦੀ ਹੱਥ ਵਿੱਚ ਤੇਗ ਮਾਰੇ ਲਿਸ਼ਕਾਰੇ,
ਤੇਰੇ ਜਿਹਾ ਨਾਦਾਨੀ ਜਗ ਤੇ ਜੋ ਪੁੱਤਰਾਂ ਨੂੰ ਵਾਰੇ। ਤੇਰੇ ਜਿਹਾ ਨਾਦਾਨੀ ਜਗ ਤੇ ਜੋ ਪੁੱਤਰਾਂ ਨੂੰ ਵਾਰੇ। ਮਾਂ ਗੁਜਰੀ ਦੇ ਹੀਰਿਆ ਤੇਰੇ ਚੋਜ ਨਿਆਰੇ। ਵਿੱਚ ਆਨੰਦਪੁਰ ਮੇਰੇ ਪ੍ਰੀਤਮ ਕੀਤੇ ਚੋਜ ਨਿਆਰੇ। ਧਾਰ ਖੰਡੇ ਦੀ ਵਿੱਚੋਂ ਪ੍ਰਗਟ ਕੀਤੇ ਪੰਜ ਪਿਆਰੇ। ਵਿੱਚ ਆਨੰਦਪੁਰ ਮੇਰੇ ਪ੍ਰੀਤਮ ਕੀਤੇ ਚੋਜ ਨਿਆਰੇ। ਧਾਰ ਖੰਡੇ ਦੀ ਵਿੱਚੋਂ ਪ੍ਰਗਟ ਕੀਤੇ ਪੰਜ ਪਿਆਰੇ। ਅੰਮ੍ਰਿਤ ਦੀ ਕੁੱਟ ਪੀ ਕੇ ਚਿੜੀਆਂ ਵੇਖੋ ਬਾਜ ਵੰਗਾਰੇ। ਅੰਮ੍ਰਿਤ ਦੀ ਕੁੱਟ ਪੀ ਕੇ ਚਿੜੀਆਂ ਵੇਖੋ ਬਾਜ ਵੰਗਾਰੇ। ਮਾਂ ਗੁਜਰੀ ਦੇ ਹੀਰਿਆ ਤੇਰੇ ਚੋਜ ਨਿਆਰੇ। ਤੇ ਬਾਬਾ ਜੀ ਦੱਸੋ ਮੈਨੂੰ ਵੀ ਤੁਹਾਡੇ ਕੋਲ ਹੁਣ ਤੱਕ ਕਿੰਨੇ ਤਰ੍ਹਾਂ ਦੇ ਜਿਹੜੇ ਸ਼ਸਤਰ ਹੈਗੇ ਨੇ ਤੇ ਕਿਹੜੇ ਕਿਹੜੇ ਸ਼ਸਤਰ ਜਿਹੜੇ ਹੈਗੇ ਨੇ? ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਦਰਸ਼ਨ ਕਰਵਾਉਂਦਾ ਸ਼ਸਤਰ ਜਿਹੜੇ ਮੇਰੇ ਕੋਲ ਨੇ ਇਸ ਸਮੇਂ ਸਰੀਰ 'ਤੇ ਧਾਰਨ ਕਰੇ ਹੋਏ ਹਨ। ਸਭ ਤੋਂ ਪਹਿਲਾਂ ਸੰਗਤ ਜੀ ਤੀਰ ਅਤੇ ਕਮਾਨ। ਇਸ ਨੂੰ ਤੀਰ ਕਿਹਾ ਜਾਂਦਾ ਹੈ ਤੇ ਇਸ ਨੂੰ ਕਮਾਨ, ਇਸ ਨੂੰ ਤੰਦੀ ਜਾਂ ਚਿੱਲਾ ਕਿਹਾ ਜਾਂਦਾ ਹੈ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਤੀਰ ਕਮਾਨ ਸੀ ਉਹ 9 ਟੰਕੀ ਸੀ ਜੀ। ਇੱਕ ਟੰਕ 25 ਕਿਲੋ ਦਾ ਹੁੰਦਾ। 9 ਟੰਕੀ ਕਮਾਨ ਨੂੰ ਉਹ ਮਨੁੱਖ ਖਿੱਚ ਸਕਦਾ ਹੈ ਜੋ ਇੱਕ ਹੱਥ ਦੇ ਨਾਲ 496 ਪਾਉਂਡ ਭਾਵ 2 ਕੁਇੰਟਲ 25 ਕਿਲੋ ਵਜ਼ਨ ਆਸਾਨੀ ਦੇ ਨਾਲ ਇੱਕ ਹੱਥ ਦੇ ਨਾਲ ਚੁੱਕ ਸਕਦਾ ਹੋਵੇ। ਕਹਿਣ ਦਾ ਭਾਵ ਸੰਗਤ ਜੀ ਇਸ ਤਰ੍ਹਾਂ 2 ਕੁਇੰਟਲ 25 ਕਿਲੋ ਵਜ਼ਨ ਚੁੱਕਣ ਨੂੰ ਜ਼ੋਰ ਲੱਗਦਾ ਹੈ, ਉਨਾ ਕਲਗੀਧਰ ਪਾਤਸ਼ਾਹ ਜੀ ਦੀ ਜਿਹੜੀ ਕਮਾਨ ਸੀ ਉਹਨੂੰ ਐਦਾਂ ਖਿੱਚਣ ਨੂੰ ਜ਼ੋਰ ਲੱਗਦਾ ਸੀ। ਤੇ ਜਦੋਂ ਕਮਾਨ ਦੇ ਵਿੱਚੋਂ ਤੀਰ ਨਿਕਲਦਾ ਸੀ ਕਈ ਦੁਸ਼ਮਣਾਂ ਦੇ ਸੀਨੇ ਪਾੜ ਕੇ ਨਿਕਲਦਾ ਸੀ। ਧੰਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਸੰਗਤ ਦੂਸਰਾ ਆਪ ਜੀ ਨੂੰ ਦੱਸਾਂਗੀ ਤੀਰ ਕਮਾਨ ਦੀ ਵਰਤੋਂ ਜੰਗ ਦੇ ਸਮੇਂ ਕੀਤੀ ਜਾਂਦੀ ਸੀ। ਜਦੋਂ ਦੁਸ਼ਮਣ ਨੇੜੇ ਆ ਜਾਵੇ ਉਸ ਨੂੰ ਆਪਣੇ ਕੋਲ ਆਉਣ ਤੋਂ ਰੋਕਣ ਦੇ ਲਈ ਤੀਰ ਕਮਾਨ ਦੀ ਵਰਤੋਂ ਕੀਤੀ ਜਾਂਦੀ ਸੀ। ਦੂਸਰਾ ਚਿੱਠੀਆਂ ਭੇਜਣ ਦੇ ਵੀ ਤੀਰ ਕਮਾਨ ਕੰਮ ਆਉਂਦੇ ਸੀ, ਕਿਉਂਕਿ ਉਸ ਸਮੇਂ ਜਾਂ ਤਾਂ ਗੁਰੂ ਦੇ ਸਿੰਘ ਘੋੜਿਆਂ ਦੇ ਉੱਪਰ ਚਿੱਠੀਆਂ ਲੈ ਕੇ ਜਾਂਦੇ ਸੀ ਜਾਂ ਪੈਦਲ ਲੈ ਕੇ ਜਾਂਦੇ ਸੀ ਜਾਂ ਤੀਰਾਂ ਦੇ ਮੂਹਰੇ ਜਿਹੜੀ ਚਿੱਠੀ ਬੰਨ੍ਹ ਕੇ ਆਪਣੇ ਸਾਕ ਸੰਬੰਧੀਆਂ ਤੱਕ ਜਾਂ ਦੁਸ਼ਮਣਾਂ ਤੱਕ ਪਹੁੰਚਾਈ ਜਾਂਦੀ ਸੀ। ਉਸ ਤੋਂ ਬਾਅਦ ਅੱਜ ਸੰਗਤ ਜੀ ਇਸ ਸ਼ਸਤਰ ਨੂੰ ਬਾਘ ਨਖਾ ਸ਼ਸਤਰ ਕਿਹਾ ਜਾਂਦਾ ਹੈ ਜੀ। ਇਸ ਤਰ੍ਹਾਂ ਹੁਣ ਸੰਗਤ ਜੀ ਮੈਂ ਆਪ ਜੀ ਨੂੰ ਦਰਸ਼ਨ ਕਰਵਾਉਂਦਾ ਬਾਘ ਨਖਾ ਸ਼ਸਤਰ ਦੀ। ਇਹ ਬਾਘ ਨਖਾ ਸ਼ਸਤਰ ਹੈ। ਜਿਸ ਤਰ੍ਹਾਂ ਸ਼ੇਰ ਜਦੋਂ ਆਪ ਦੇ ਨੌਹਾਂ ਦੇ ਨਾਲ ਜਿਹੜਾ ਸ਼ਿਕਾਰ ਕਰਦਾ ਉਸ ਤਰ੍ਹਾਂ ਹੀ ਸ਼ਸਤਰ ਦਾ ਜਿਹੜਾ ਵਾਰ ਜਿਹੜਾ ਦੁਸ਼ਮਣ ਦੇ ਉੱਪਰ ਕੀਤਾ ਜਾਂਦਾ ਹੈ ਬਾਘ ਨਖਾ ਸ਼ਸਤਰ ਦੀ। ਸੰਗਤ ਜੀ ਸਭ ਤੋਂ ਪਹਿਲਾਂ ਆਪ ਜੀ ਨੂੰ ਮੈਂ ਦਰਸ਼ਨ ਦੀਦਾਰੇ ਕਰਵਾਉਂਦਾ ਡਬਲ ਫਰੇਮ ਤੇਗਾ ਸ਼ਸਤਰ ਦੀ। ਸਿੰਗਲ ਆਉਂਦਾ ਇਹ ਤੇਗਾ ਸ਼ਸਤਰ ਹੈ। ਦੁਸ਼ਮਣ ਜਦੋਂ ਨੇੜੇ ਆ ਜਾਵੇ ਉਸ ਸਮੇਂ ਇਸ ਸ਼ਸਤਰ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ। ਕੀ ਨਾਂ ਦੇ ਬਾਬਾ ਸ਼ਸਤਰ ਦਾ? ਤੇਗਾ ਸ਼ਸਤਰ ਦੀ। ਉਸ ਤੋਂ ਬਾਅਦ ਆਜੋ ਸੰਗਤ ਜੀ ਗੋਲੀਆ ਸ਼ਸਤਰ ਹੈ। ਇਹ ਵੀ ਜਦੋਂ ਦੁਸ਼ਮਣ ਸਾਡੇ ਨੇੜੇ ਆ ਜਾਵੇ ਆਲੇ ਦੁਆਲੇ ਸਾਨੂੰ ਜਿਹੜਾ ਦੁਸ਼ਮਣ ਦਾ ਘੇਰਾ ਪੈ ਜਾਵੇ ਉਦੋਂ ਇਸ ਸ਼ਸਤਰ ਦਾ ਜਿਹੜਾ ਵਾਰ ਕੀਤਾ ਜਾਂਦਾ ਹੈ ਦੁਸ਼ਮਣ ਦੇ। ਇਸ ਤਰ੍ਹਾਂ ਮੈਂ ਇੱਕ ਉਦਾਹਰਨ ਵੀ ਦਿੰਦਾ ਵੀ ਜਦੋਂ ਇੱਦਾਂ ਇਹ ਆਲੇ ਦੁਆਲੇ ਲਗਭਗ ਇੱਦਾਂ ਹੀ ਘੁੰਮਦਾ ਹੈ ਸ਼ਸਤਰ ਆਲੇ ਦੁਆਲੇ ਵੀ ਦੁਸ਼ਮਣ ਨੂੰ ਆਪਣੇ ਨੇੜੇ ਆਉਣ ਤੋਂ ਰੋਕਣ ਲਈ ਗੋਲੀਆ ਸ਼ਸਤਰ ਜਿਹੜਾ ਇਹ ਵਰਤਿਆ ਜਾਂਦਾ ਹੈ। ਬਾਬਾ ਜੀ ਦੱਸੋ ਵੀ ਜਿਹੜੇ ਸ਼ਸਤਰ ਤਿਆਰ ਕਰਦੇ ਤੁਸੀਂ ਆਪਣੇ ਤਿਆਰ ਕਰਾਉਂਦੇ ਹੋ ਕਿੱਥੋਂ ਕਰਦੇ ਹੋ? ਇਹ ਜਿਹੜੇ ਸ਼ਸਤਰ ਹੈ ਜੀ ਬਾਬਾ ਗੁਰਜੰਟ ਸਿੰਘ ਜੀ ਮੰਡੀ ਗੋਬਿੰਦਗੜ੍ਹ ਤੋਂ ਉਹਨਾਂ ਦੇ ਹੱਥ ਦਾ ਜਿਹੜਾ ਇਹ ਸ਼ਸਤਰ ਤਿਆਰ ਹੋਇਆ ਹੋਇਆ। ਠੀਕ ਹੈ ਜੀ। ਹੋਰ ਕਿਹੜੇ ਸ਼ਸਤਰ ਹੈ ਜੀ? ਸ਼ਸਤਰ ਹੀ ਹੈ। ਸੰਗਤ ਜੀ ਆਪ ਜੀ ਦਰਸ਼ਨ ਦੀਦਾਰੇ ਕਰੋ। ਖੰਡਾ ਸ਼ਸਤਰ ਹੈ। ਇਹ 2 ਧਾਰਾ ਸ਼ਸਤਰ ਹੈ। ਜਦੋਂ ਦੁਸ਼ਮਣ ਸਾਡੇ ਨੇੜੇ ਆ ਜਾਵੇ ਉਦੋਂ ਇਹ ਜਿਹੜਾ ਖੰਡਾ ਸ਼ਸਤਰ ਹੈ ਵਰਤਿਆ ਜਾਂਦਾ ਹੈ। ਸੈਫ ਸ਼ਸਤਰ ਹੈ ਜੀ। ਸਿੱਧਾ ਸ਼ਸਤਰ ਹੈ ਸੈਫ ਸ਼ਸਤਰ। ਉਸ ਤੋਂ ਬਾਅਦ ਆਜੋ ਸੰਗਤ ਜੀ ਇਹ ਸਾਡੇ ਦਮਾਲੇ ਦੇ ਸ਼ਸਤਰ ਹਨ। ਅਸਤਰ ਕਹਿ ਦਿੰਦੇ ਆ ਵੈਸੇ ਇਹਨਾਂ ਨੂੰ, ਚੱਕਰ ਕਹਿ ਦਿੰਦੇ ਆ ਜਾਂ ਅਸਤਰ ਜਾਂ ਚੱਕਰ। ਇਹ ਵੀ ਸਾਡੇ ਜਿਹੜੇ ਪੁਰਾਤਨ ਸਿੰਘ ਸੀ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਸਾਡੇ ਨਿਹੰਗ ਸਿੰਘਾਂ ਦਾ ਪੁਰਾਤਨ ਸਮੇਂ ਦੇ ਅੰਦਰ ਬਾਣੇ ਦੇ ਨਾਲ ਸ਼ਸਤਰ ਵਸਤਰਾਂ ਦੇ ਨਾਲ ਬੜਾ ਪ੍ਰੇਮ ਸੀ ਤੇ ਉਹ ਜਿਹੜੇ ਇਹ ਚੱਕਰ ਸੀ ਆਪਣੇ ਦਮਾਲੇ ਦੇ ਉੱਪਰ ਸਜਾਇਆ ਕਰਦੇ ਸਨ। ਇਹ ਵੀ ਕਹਿ ਸਕਦੇ ਆ ਵੀ ਸਾਡੇ
ਵੱਡੇ ਵਡੇਰਿਆਂ ਨੇ ਇਹ ਚੱਕਰਾਂ ਦੇ ਨਾਲ ਦੁਸ਼ਮਣ ਜਿਹੜਾ ਹਾਥੀ ਤੇ ਬੈਠਾ ਸੀ ਉਹਦੀਆਂ ਘੋੜੇ ਦੇ ਉੱਪਰ ਬੈਠਿਆ ਨੇ ਚੱਕਰਾਂ ਦੇ ਨਾਲ ਜਿਹੜੀਆਂ ਉਹਦੀਆਂ ਗਰਦਨਾਂ ਵੀ ਲਾਈਆਂ ਨੇ। ਇਹ ਨੇ ਜੀ ਸਾਡੇ ਦਮਾਲੇ ਦੇ ਚੱਕਰ। ਕਿੰਨੇ ਚੱਕਰ ਬਾਬਾ ਜੀ ਇਹ ਲਗਭਗ ਜੀ 5 ਚੱਕਰ ਹਨ। ਇਹ ਦਮਾਲੇ ਦੇ ਪਾਈ ਜਾਂਦੇ? ਹਾਂਜੀ, ਇਹ ਦਮਾਲੇ ਜਿਸ ਤਰ੍ਹਾਂ ਮੇਰੀ ਦਮਾਲੇ ਦੀ ਆਪਦੀ ਸ਼ੇਪ ਦੇਖ ਰਹੇ ਹੋ, ਇਸ ਤਰ੍ਹਾਂ ਹੀ ਵੱਡਾ ਫਿਰ ਛੋਟਾ ਇਦਾਂ ਹੀ ਜਿਹੜਾ ਦੁਸ਼ਮਣ ਤੇ ਵਾਰ ਕਰ ਸਕਦੇ? ਹਾਂਜੀ, ਇਹ ਦੁਸ਼ਮਣ ਤੇ ਵੀ ਇਹਦਾ ਜਿਹੜਾ ਵਾਰ ਕੀਤਾ ਜਾਂਦਾ ਹੈ। ਗਰਦਨ ਲਾ ਸਕਦਾ ਹੈ? ਹਾਂਜੀ। ਇਹ ਸੰਗਤ ਜੀ ਢਾਲ ਸ਼ਸਤਰ ਹੈ। ਦੁਸ਼ਮਣ ਸਾਡੇ ਉੱਪਰ ਜਿਹੜਾ ਸਰੀਰ ਦੇ ਉੱਪਰ ਜਿਹੜਾ ਸ਼ਸਤਰ ਦਾ ਵਾਰ ਕਰੇ, ਇਹ ਜਿਹੜੇ ਢਾਲ ਸ਼ਸਤਰ ਹੈ ਇਹ ਸਾਨੂੰ ਦੁਸ਼ਮਣ ਦੇ ਵਾਰ ਤੋਂ ਬਚਾਉਂਦੀ ਹੈ। ਦੁਸ਼ਮਣ ਸਾਡੇ ਉੱਤੇ ਵਾਰ ਕਰਦਾ ਜਿਹੜਾ ਢਾਲ ਸ਼ਸਤਰ ਹੈ ਉਸ ਦੁਸ਼ਮਣ ਦਾ ਵਾਰ ਰੋਕਣ ਦੇ ਲਈ ਜਿਹੜਾ ਇਹ ਵਰਤਿਆ ਜਾਂਦਾ ਹੈ ਢਾਲ ਸ਼ਸਤਰ ਦੀ। ਸੰਗਤ ਜੀ ਦਰਸ਼ਨ ਦੀਦਾਰੇ ਕਰੋ ਸੰਜੋ। ਗਰਦਨ ਦੀ ਰਾਖੀ ਦੇ ਲਈ ਜੰਗ ਦੇ ਸਮੇਂ ਪਹਿਨਿਆ ਜਾਣ ਵਾਲਾ ਲੋਹੇ ਦਾ ਪੁਸ਼ਾਕਾ ਇਹ ਤਾਰਾਂ ਦੀ ਬਣੀ ਹੁੰਦੀ ਹੈ। ਇਹ ਬਾਬਾ ਵਜਨ ਕਿੰਨਾ? ਕਾਫੀ ਭਾਰੀ। ਇਹਦਾ ਵਜ਼ਨ ਲਗਭਗ ਜੀ 3 ਤੋਂ 5 ਕਿਲੋ। ਇਹਦਾ ਚੋਲਾ ਵੀ ਬਣਿਆ ਹੁੰਦਾ ਹੈ ਜੋ ਕਿ ਅਜਾਇਬ ਘਰ ਦੇ ਵਿੱਚ ਅੰਮ੍ਰਿਤਸਰ ਸਾਹਿਬ ਪਿਆ ਹੈ। ਇਹ ਫਿਰ ਗੱਲ ਚ ਪਾ ਲਈ ਦਾ ਬਾਬਾ ਜੀ? ਹਾਂਜੀ, ਜਿਸ ਤਰ੍ਹਾਂ ਕਹਿ ਸਕਦੇ ਆ ਇਦਾਂ ਮੈਂ ਗਰਦਨ ਉੱਪਰ ਧਾਰਨ ਕਰੀ ਹੋਈ ਹੈ, ਇਦਾਂ ਹੀ ਇਹ ਜਿਹੜੀ ਸਰੀਰ ਦੇ ਉੱਪਰ ਜਿਹੜੀ ਕਹਿ ਗਰਦਨ। ਸਕਦੇ ਵੀ ਜੇਕਰ ਦੁਸ਼ਮਣ ਵਾਰ ਕਰਦਾ ਧੌਣ ਤੇ ਜਿਹੜਾ ਗਰਦਨ ਤੇ ਇਹ ਬਚਾਅ ਹੋਊਗਾ। ਹਾਂਜੀ, ਇਹ ਬਚਾਅ ਕਰਦੀ ਹੈ ਸੰਜੋਗ ਜੀ। ਠੀਕ ਹੈ ਜੀ। ਹੋਰ ਬਾਬਾ ਜੀ ਕਿਹੜੇ ਕਿਹੜੇ ਸ਼ਸਤਰ ਹੈਗੇ ਉਹ ਵੀ ਦਿਖਾ ਦਿਓ ਸਾਨੂੰ। ਇਹ ਸੰਗਤ ਜੀ ਕਰੋ ਦਰਸ਼ਨ ਦੀਦਾਰੇ ਕਟਾਰ ਸ਼ਸਤਰ ਦੀ। ਇਹ ਕਮਰ ਕੱਸੇ ਦਾ ਸ਼ਸਤਰ ਹੈ, 2 ਧਾਰਾ ਸ਼ਸਤਰ ਹੈ। ਦੁਸ਼ਮਣ ਜਦੋਂ ਨੇੜੇ ਆ ਜਾਵੇ ਉਦੋਂ ਇਸ ਸ਼ਸਤਰ ਦੀ ਵਰਤੋਂ ਕੀਤੀ ਜਾਂਦੀ ਹੈ। ਤੇ ਦੂਸਰਾ ਆਪ ਜੀ ਨੂੰ ਦੱਸਾਂ ਕਿ ਇਹ ਸ਼ਸਤਰ ਜਿਹੜੀ ਦੁਸ਼ਮਣ ਦੇ ਲੋਹੇ ਦੀ ਤਾਰਾਂ ਦੀ ਬਣੀ ਹੋਈ ਸੰਜੋਗ ਪਾਈ ਹੁੰਦੀ ਹੈ ਉਹਨੂੰ ਤੋੜਨ ਦੇ ਕੰਮ ਆਉਂਦਾ ਹੈ। ਜਿਸ ਤਰ੍ਹਾਂ ਮੈਂ ਆਪ ਜੀ ਨੂੰ ਉਦਾਹਰਨ ਦੇਣ ਲੱਗਾ, ਜੇ ਇਹਨੂੰ ਇੱਦਾਂ ਵਾਰ ਕਰਾਂਗੇ ਤੇ ਇਹ ਵਾਰ ਨਹੀਂ ਕਰਦਾ ਸ਼ਸਤਰ, ਪਰ ਜਦੋਂ ਇੱਦਾਂ ਲਿਆ ਕੇ ਇੱਦਾਂ ਵਾਰ ਕਰਾਂਗੇ ਦੁਸ਼ਮਣ ਦੇ ਜਿਹੜੀ ਸੰਜੋਗ ਪਾਈ ਹੁੰਦੀ ਹੈ ਉਹਨੂੰ ਤੋੜ ਕੇ ਆਰ ਪਾਰ ਲੰਘ ਜਾਏਗੀ ਕਟਾਰ ਸ਼ਸਤਰ ਦੀ। ਠੀਕ ਹੈ। ਮੈਨੂੰ ਦੱਸੋ ਬਾਬਾ ਜੀ ਹੁਣ ਤੱਕ ਤੁਹਾਡੇ ਕੋਲ ਜਿਹੜੇ ਆ ਕਿੰਨੇ ਕੁ ਸ਼ਸਤਰ ਹੈਗੇ ਨੇ ਤੁਹਾਡੇ ਕੋਲ? ਇਹ ਦੱਸੋ ਸਾਡੇ ਦਰਸ਼ਕਾਂ ਨੂੰ, ਕਿਉਂਕਿ ਦਰਸ਼ਕ ਦੇਖ ਰਹੇ ਨੇ ਬਹੁਤ ਜ਼ਿਆਦਾ ਤੁਸੀਂ ਸ਼ਸਤਰ ਦਿਖਾ ਰਹੇ ਹੋ। ਗਿਣਤੀ ਕਿੰਨੀ ਹੈ ਸ਼ਸਤਰਾਂ ਤੁਹਾਡੇ ਕੋਲ? ਇਹ ਲਗਭਗ ਮੇਰੇ ਕੋਲ ਜੀ 15 ਕੁ ਕਿਸਮ ਦੇ ਜਿਹੜੇ ਸ਼ਸਤਰ ਨੇ ਇਸ ਸਮੇਂ, ਜੋ ਕਿ ਕੁਝ ਕੁ ਮੈਂ ਆਪ ਜੀ ਨੂੰ ਦਰਸ਼ਨ ਦੀਦਾਰੇ ਵਿੱਚੋਂ ਕਰਵਾ ਰਿਹਾ। ਠੀਕ ਹੈ। ਇਹਦਾ ਕੀ ਨਾਮ ਬਾਬਾ ਜੀ ਦਾ ਸ਼ਸਤਰ? ਇਹ ਖੰਜਰ ਸ਼ਸਤਰ ਹੈ ਜੀ। ਇਹ ਵੀ ਜਿਹੜੀ ਦੁਸ਼ਮਣ ਦੇ ਆ ਸੰਜੋਗ ਪਾਈ ਹੁੰਦੀ ਹੈ ਉਹਨੂੰ ਤੋੜਨ ਦੇ ਕੰਮ ਹੁੰਦਾ। ਇਹ ਮੁੱਠ ਬਹੁਤ ਛੋਟੀ ਹੈ ਜੀ। ਹਾਂਜੀ, ਇਹ ਮੁੱਠ ਤਾਂ ਛੋਟੀ ਵੀ ਇਹਨੂੰ ਇਹਦਾ ਗ੍ਰਿਪ ਬਣ ਜਾਂਦਾ ਇਹਦਾ। ਇਹ ਵੀ ਜਿਹੜੀ ਇਦਾਂ ਆਪਾਂ ਲੰਘਾਈਏ ਆਰ ਪਾਰ ਨਿਕਲ ਜਾਏਗਾ ਦੁਸ਼ਮਣ ਦੇ। ਠੀਕ ਹੈ। ਠੀਕ ਹੈ ਬਸ। ਇਹ ਵੀ ਸੰਗਤ ਜੀ ਦਰਸ਼ਨ ਦੀਦਾਰੇ ਕਰੋ ਖੰਜਰ ਸ਼ਸਤਰ ਨੇ। ਇਹ ਵੀ ਕਮਰ ਕੱਸੇ ਦਾ ਸ਼ਸਤਰ ਹੈ। ਗੁਪਤ ਵੀ ਕਹਿ ਦਿੰਦੇ ਆ ਇਹਨੂੰ, ਗੁਪਤ ਸ਼ਸਤਰ ਵੀ ਕਹਿ ਦਿੰਦੇ ਆ, ਜਿਹੜੇ ਕਮਰ ਕੱਸੇ 'ਚ ਰੱਖੇ ਜਾਂਦੇ ਹਨ। ਇਹ ਦੁਸ਼ਮਣ ਨੂੰ ਨਹੀਂ ਪਤਾ ਕਿ ਸਾਡੇ ਕਮਰ ਕੱਸੇ ਦੇ ਵਿੱਚ ਕੀ ਰੱਖਿਆ ਹੋਇਆ ਹੈ। ਖੰਜਰ ਸ਼ਸਤਰ ਦੀ। ਬਾਬਾ ਜੀ ਦੱਸੋ ਮੈਨੂੰ ਤੁਸੀਂ ਵੀ ਅੱਜ ਕੱਲ੍ਹ ਜਿਵੇਂ ਅਸੀਂ ਦੇਖ ਰਹੇ ਹਾਂ ਵੀ ਸਿੱਖਾਂ ਦੇ ਜਿਹੜੇ ਬੱਚੇ ਨੇ ਜ਼ਿਆਦਾਤਰ ਜਿਹੜੇ ਉਹ ਜਿਹੜੇ ਕੇਸ ਕਤਲ ਕਰਾਈ ਜਾ ਰਹੇ, ਕੀ ਕਾਰਨ ਕੀ ਹੈ ਉਹਨਾਂ ਨੂੰ? ਇਹ ਕਹਿ ਸਕਦੇ ਆ ਜੀ ਮਾੜੀ ਸੰਗਤ, ਕਿਉਂਕਿ ਜਿਹੜਾ ਸ਼ਰਾਬੀ ਆ ਉਹਨੂੰ ਸ਼ਰਾਬੀ ਪਸੰਦ ਲੱਗਦਾ ਹੈ, ਜਿਹੜਾ ਅੰਮ੍ਰਿਤਧਾਰੀ ਸਿੰਘ ਹੈ ਉਹਨੂੰ ਅੰਮ੍ਰਿਤਧਾਰੀ ਸਿੰਘ ਹੀ ਪਸੰਦ ਲੱਗਦਾ ਹੈ। ਜਿਸ ਤਰ੍ਹਾਂ ਦਾ ਹੀ ਬੰਦਾ ਸੰਗਤ ਕਰਦਾ ਹੈ। ਖਾਸ ਕਰਕੇ ਮੈਂ ਜਵਾਨੀ ਦੇ ਵਿੱਚ ਦੇਖਿਆ ਹੈ ਕਿ ਜਵਾਨੀ ਦੇ ਵਿੱਚ ਜਿਹੜਾ ਬੰਦਾ 15-16 ਸਾਲ ਦੀ ਉਮਰ ਦੇ ਵਿੱਚ ਜੋ ਚੰਗੇ ਕੰਮ ਕਰਨ ਲੱਗ ਜੇ ਤਾਂ ਚੰਗੇ ਉਹ ਸਾਰੀ ਉਮਰ ਕਰਦਾ, ਜੇ ਮਾੜੇ ਕੰਮ ਕਰਨ ਲੱਗ ਜੇ ਤਾਂ ਮਾੜੇ ਹੀ ਕਰਦਾ ਰਹਿੰਦਾ ਕਈ ਵਾਰੀ। ਅਤੇ ਮੈਂ ਇੱਕ ਨੌਜਵਾਨ ਵੀਰਾਂ ਨੂੰ ਸੁਨੇਹਾ ਇਹ ਦੇਣਾ ਚਾਹੁੰਦਾ ਕਿ ਆਪਣੀ ਜਵਾਨੀ ਦੇ ਵਿੱਚ ਜੇ ਨਸ਼ਾ ਕਰਨਾ ਹੈ, ਜਿਮ ਲਾਉਣ ਦਾ ਕਰੋ, ਕਬੱਡੀ ਖੇਲਣ ਦਾ ਕਰੋ, ਜਿਹੜਾ ਘੋਲ ਕਰਨ ਦਾ ਕਰੋ, ਛਿੰਝ ਖੇਲੋ ਹੈ ਨਾ, ਅਤੇ ਜਿਮ ਲਾਓ ਵੱਧ ਤੋਂ ਵੱਧ ਕਿ ਸਾਡਾ ਸਰੀਰ ਜਿਹੜਾ ਤੰਦਰੁਸਤ ਰਹੇ। ਇਹ ਇੱਕ ਐਸਾ ਨਸ਼ਾ ਹੈ ਜਿਮ ਲਾਉਣ ਦਾ, ਸਰੀਰ ਆਪਣਾ ਬਣਾਉਣ ਦਾ, ਕਿ ਇਹ ਜੇ ਬੰਦਾ ਇੱਕ ਵਾਰੀ ਲੱਗ ਜੇ ਕਰਨ ਤੇ ਉਹ ਹਟਦਾ ਨਹੀਂ ਛੇਤੀ ਕਿਤੇ ਨਹੀਂ ਹਟਦਾ। ਇਹ ਸੁਨੇਹਾ ਮੇਰਾ ਨੌਜਵਾਨ ਵੀਰਾਂ ਨੂੰ ਇਹੀ ਹੈ ਕਿ ਆਪਣੇ ਸਰੀਰ ਨੂੰ ਬਲਵਾਨ ਬਣਾਓ, ਦੁਨਿਆਵੀ ਨਸ਼ੇ ਛੱਡੋ। ਪਰ ਬਾਬਾ ਜੀ ਕੀ ਕਹਿਣਾ ਚਾਹੋਗੇ? ਅਸੀਂ ਦੇਖਦੇ ਹਾਂ ਵੀ ਜ਼ਿਆਦਾਤਰ ਜਿਹੜੇ ਨੌਜਵਾਨ ਵਿਦੇਸ਼ਾਂ ਵੱਲੋਂ ਕਰ ਰਹੇ ਨੇ, ਵਿਦੇਸ਼ਾਂ ਜਾਣ ਤੋਂ ਪਹਿਲਾਂ ਹੀ ਉਹ ਜਿਹੜੇ ਉਹ ਆਪਣੇ ਕੇਸ ਕਤਲ ਕਰਾ ਕੇ ਜਾ ਰਹੇ ਨੇ। ਕੀ ਕਾਰਨ ਕੀ ਹੈ ਵਿਦੇਸ਼ਾਂ ਵਿੱਚ ਜਾ ਕੇ ਉਹਨਾਂ ਤੋਂ ਪਹਿਲਾਂ ਹੀ ਕਿਉਂ ਆਪਣੇ ਜਿਹੜੇ ਕੇਸ ਉਹਨਾਂ ਨੂੰ ਕਿੰਨੇ ਭਾਰੇ ਲੱਗਣ ਲੱਗ ਪੈਂਦੇ ਨੇ ਜਿਹੜੇ ਉਹ ਕੇਸ ਕਤਲ ਕਰਾਉਂਦੇ ਨੇ? ਇਹ ਸਾਡੇ ਜਿਹੜੇ ਨੌਜਵਾਨ ਨੇ ਜੀ ਕੇਸ ਕਤਲ ਕਰਵਾਉਂਦੇ ਨੇ, ਇਹ ਸੋਹਣੇ ਬਣਨ ਦੇ ਲਈ ਕਰਵਾਉਂਦੇ ਨੇ, ਕਿਉਂਕਿ ਇਹਨਾਂ ਨੂੰ ਲੱਗਦਾ ਕਿ ਅਸੀਂ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਹੈ ਨਾ, ਸਾਨੂੰ ਅਗਲੇ ਹੋਰ ਹੀ ਤਰ੍ਹਾਂ ਨਿਗਾਹ ਦੇ ਨਾਲ ਦੇਖਦੇ, ਮਾੜੀ ਨਿਗਾਹ ਦੇ ਨਾਲ ਦੇਖਦੇ ਆ। ਪਰ ਇਹ ਗੱਲ ਗਲਤ ਹੈ। ਇਹ ਨੌਜਵਾਨ ਵੀਰ ਜਿਹੜੇ ਕੇਸ ਕਤਲ ਕਰਵਾਉਂਦੇ ਇਹ ਉਹ ਆਪਣੀ ਜਿਹੜੀ ਬਲ ਬੁੱਧੀ ਅਨੁਸਾਰ ਹੀ ਕਟਵਾਉਂਦੇ ਨੇ। ਪਰ ਬਾਬਾ ਜੀ ਕੀ ਕਹਿਣਾ ਚਾਹੋਗੇ ਜੇਕਰ ਤੁਹਾਡੇ ਕੋਲ ਕਿਸੇ ਨੇ ਸ਼ਸਤਰ ਲੈਣੇ ਹੋਣ ਤੇ ਕਿੱਥੇ ਤੁਹਾਡੇ ਨਾਲ ਸੰਪਰਕ ਕਰ ਸਕਦਾ ਵਾ, ਕਿੱਥੋਂ ਜਿਹੜੇ ਸ਼ਸਤਰ ਲੋਕਾਂ ਨੂੰ ਮਿਲਣਗੇ? ਮੇਰਾ ਨਾਮ ਜੀ ਰਜਿੰਦਰ ਸਿੰਘ ਸ਼ਸਤਰਧਾਰੀ ਕਵੀ
ਬਸੀ ਪਠਾਣਾ ਜ਼ਿਲ੍ਹੇ ਫਤਿਹਗੜ੍ਹ ਸਾਹਿਬ ਤੋਂ ਮੈਂ ਰਹਿਣ ਵਾਲਾ ਹਾਂ। ਮੇਰਾ ਨੰਬਰ ਹੈ ਜੀ 84 378 96298। ਕਿਸੇ ਵੀ ਪ੍ਰਕਾਰ ਦਾ ਸ਼ਸਤਰ ਕਿਸੇ ਵੀਰ ਨੇ ਭੈਣ ਨੇ ਲੈਣਾ ਹੋਣ ਤੇ ਸੰਪਰਕ ਕਰ ਸਕਦਾ ਹੈ। ਪਰ ਕੀ ਕਹਿਣਾ ਚਾਹੋਗੇ? ਅਸੀਂ ਦੇਖਦੇ ਬਾਬਾ ਜੀ ਅੱਜ ਕੱਲ੍ਹ ਜ਼ਿਆਦਾਤਰ ਜਿਹੜੇ ਲੋਕ ਨੇ ਜਿੱਦਾਂ ਅੰਮ੍ਰਿਤ ਛਕੇ ਹੁੰਦੇ ਨੇ ਉਹ ਸ਼ਸਤਰ ਬਹੁਤ ਛੋਟਾ ਪਾਉਂਦੇ ਨੇ, ਵੱਡਾ ਨਹੀਂ ਪਹਿਨਦੇ। ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਸ਼ਸਤਰ ਛੋਟਾ ਤਾਂ ਪਹਿਨਦੇ ਨੇ ਵੀ ਕਿਸੇ ਨੂੰ ਪਤਾ ਨਾ ਲੱਗ ਜੇ ਵੀ ਅਸੀਂ ਗੁਰੂ ਸਾਹਿਬ ਦੇ ਸਿੰਘ ਜਾਂ ਸਿੰਘਣੀ ਬਣ ਗਏ। ਉਹ ਸ਼ਰਮ ਮਹਿਸੂਸ ਕਰਦੇ ਆ। ਸ਼ਰਮ ਕਾਹਦੀ ਆ? ਅੰਮ੍ਰਿਤ ਛਕੇ ਜਦੋਂ ਗੁਰੂ ਵਾਲਾ ਬਣਦੇ ਆ ਤੇ ਫਿਰ ਸ਼ਰਮ ਕਾਹਦੀ ਉਹਨਾਂ ਨੂੰ? ਉਹ ਸ਼ਰਮ ਬਸ ਕਿ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਸੰਸਾਰਿਕ ਦੁਨੀਆ ਦੇ ਵਿੱਚ ਵਿਚਰਨਾ ਹੁੰਦਾ ਹੈ, ਉਹ ਲੋਕਾਂ ਨੂੰ ਖੁਸ਼ ਕਰਨ ਦੇ ਲਈ ਉੱਦਾਂ ਦਾ ਬਣਦੇ ਨੇ। ਪਰ ਅਸੀਂ ਕਹਿ ਨਹੀਂ ਸਕਦੇ ਵੀ ਅਸੀਂ ਫਕਰ ਕਰਦੇ ਮਹਿਸੂਸ ਵੀ ਅਸੀਂ ਗੁਰੂ ਵਾਲੇ ਆ, ਅਸੀਂ ਗੁਰੂ ਦੇ ਬਾਣੇ ਜੁੜੇ ਆ, ਤੇ ਫਿਰ ਸ਼ਰਮ ਕਾਹਦੀ? ਫਿਰ ਡਰ ਕਾਹਦਾ? ਜੇ ਰਹਿ ਜਿਹਾ ਡਰ ਰਹਿੰਦਾ ਵਾ, ਸ਼ਰਮ ਰਹਿੰਦੀ, ਫਿਰ ਨਾ ਬਣ ਅੰਮ੍ਰਿਤ ਛਕਣ ਨਾ ਛਕਣ ਅਮਰ। ਇਹ ਉਹਨਾਂ ਤੇ ਬੰਦੇ ਤੇ ਡਿਪੈਂਡ ਕਰਦਾ, ਜਿਸ ਤਰ੍ਹਾਂ ਦੀ ਬੰਦੇ ਦੀ ਬਲ ਬੁੱਧੀ ਆ, ਹੈ ਨਾ, ਜਿਸ ਤਰ੍ਹਾਂ ਦੀ ਉਹ ਸੰਗਤ ਕਰਦਾ ਉਸ ਤਰ੍ਹਾਂ ਦਾ ਹੀ ਮਾਹੌਲ 'ਚ ਉਹਨੂੰ ਅੰਮ੍ਰਿਤ ਛਕ ਕੇ ਵੀ ਉੱਦਾਂ ਦਾ ਹੀ ਫਿਰ ਦੁਬਾਰੇ ਫਿਰ ਬਣ ਜਾਂਦਾ। ਤੇ ਮੈਂ ਬੇਨਤੀ ਇਹੀ ਕਰਨੀ ਚਾਹਾਂਗਾ ਕਿ ਖਾਸ ਕਰਕੇ ਭੈਣਾਂ ਨੂੰ ਕਿ ਭੈਣੋ ਅਸ਼ਲੀਲ ਕੱਪੜੇ ਪਾਉਣੇ ਜਾਂ ਹੈ ਨਾ ਮੇਕਅਪ ਕਰਨਾ ਇਹ ਸਾਡੀ ਵਿਰਾਸਤ ਨਹੀਂ ਹੈ। ਜਿਨ੍ਹਾਂ ਦੀ ਵਿਰਾਸਤ ਆ ਉਹਨਾਂ ਨੂੰ ਮੁਬਾਰਕ ਹੈ। ਖਾਸ ਕਰਕੇ ਅੰਮ੍ਰਿਤਧਾਰੀ ਭੈਣਾਂ ਦਾ ਇਹ ਪਹਿਰਾਵਾ ਨਹੀਂ ਹੈ। ਉਹਨਾਂ ਦਾ ਸ਼ਿੰਗਾਰ ਹੈ ਬਾਣੀ ਤੇ ਬਾਣਾ। ਅੱਜ ਕੱਲ੍ਹ ਦੇਖੀਦਾ ਸਾਡੀਆਂ ਭੈਣਾਂ ਤੇ ਹਮਲੇ ਬਹੁਤ ਹੁੰਦੇ ਆ। ਹਮਲੇ ਹੋਣ ਦਾ ਕਾਰਨ ਇਹੀ ਹੈ ਕਿ ਅਸੀਂ ਆਪਣੇ ਮੂੰਹ ਸਿਰ ਜਿਹੜਾ ਚੰਗੀ ਤਰ੍ਹਾਂ ਰੰਗ ਲੈਂਦੇ ਆ, ਅਸ਼ਲੀਲ ਕੱਪੜੇ ਪਾ ਲੈਂਦੇ ਆ। ਜਿਹੜਾ ਸਾਹਮਣੇ ਵਾਲਾ ਹੈ ਉਹ ਫਿਰ ਸਾਡੇ ਤੇ ਮਾੜੀ ਅੱਖ ਰੱਖਦਾ ਹੈ। ਪਰ ਕੀ ਕਹਿਣਾ ਚਾਹੋਗੇ ਬਾਬਾ ਜੀ? ਅਜੇ ਵੀ ਜਿਹੜੇ ਸਿੱਖਾਂ ਨੂੰ ਲੋਕ ਜਿਹੜੇ ਆ 2% ਵਾਲੇ ਕਹਿੰਦੇ ਨੇ ਲੋਕ। ਅਸੀਂ ਦੇਖਦੇ ਹਾਂ ਜਦੋਂ ਵੀ 84 ਦਾ ਦਿਹਾੜਾ ਆਉਂਦਾ ਵਾ ਜਾਂ ਘੱਲੂਘਾਰ ਆਉਂਦਾ ਵਾ, ਉਦੋਂ ਜਿਹੜੇ ਲੋਕਾਂ ਦੇ ਜਿਹੜੇ ਆ ਸਿੱਖਾਂ ਦੇ ਖਿਲਾਫ ਨਾਅਰੇ ਲਾਈ ਜਾਂਦੇ ਨੇ। ਕਦੀ ਉਹਨਾਂ ਨੂੰ ਕਹਿੰਦਾ ਵੀ ਅੱਤਵਾਦੀ ਨੇ, ਕਦੀ ਕੁਛ ਨੇ। ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਖਾਸ ਕਰਕੇ ਜਿਹੜੇ RS ਦੇ ਬਾਂਦਰ ਸੈਨਾ ਵਾਲੇ, ਉਹਨਾਂ ਨੂੰ ਇੱਕ ਚੇਤਾਵਨੀ ਇਹ ਦੇਣੀ ਚਾਹੁੰਦਾ ਕਿ ਅਸੀਂ ਅੱਤਵਾਦੀ ਹੈਗੇ ਆ, ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਰਹਾਂਗੇ। ਕਿਉਂਕਿ ਇਹ ਸਾਡੇ ਜਿਹੜਾ ਧਰਮ ਦੇ ਵਿੱਚ ਆਏ ਆ ਅੱਤਵਾਦੀ ਬਣਨਾ। ਕਿਉਂਕਿ ਜੇ ਤੁਸੀਂ ਚਾਹੁੰਦੇ ਕਿ ਅਸੀਂ ਅੱਤਵਾਦੀਆਂ ਨੇ ਹੀ ਪੂਰੇ ਵਿਸ਼ਵ ਦੇ ਵਿੱਚ ਸਭ ਤੋਂ ਵੱਧ ਲੰਗਰ ਲਾਇਆ ਸਿੱਖ ਧਰਮ ਨੇ ਜੀ। ਜੇ ਕਹੋ ਵੀ ਸਿੱਖ ਧਰਮ ਦੇ ਲੋਕਾਂ ਨੇ ਸਭ ਤੋਂ ਵੱਧ ਜਿਹੜੇ ਹੋਰ ਧਰਮ ਦੇ ਲੋਕ ਨੇ ਉਹਨਾਂ ਨੂੰ ਵੀ ਲੰਗਰ ਦੇ ਨਾਲ ਰਜਾਤਾ। ਜੇ ਤੁਹਾਡੇ 'ਚ ਜ਼ਰੂਰਤ ਹੈ ਤੇ ਤੁਸੀਂ ਵੀ ਲੰਗਰ ਲਾ ਕੇ ਦਿਖਾਓ। ਤੁਹਾਡੇ ਮੰਦਿਰਾਂ ਦੇ ਵਿੱਚ ਇੱਕ ਟਾਈਮ ਦਾ ਜਿਹੜਾ ਪ੍ਰਸ਼ਾਦਾ ਵੀ ਆਮ ਸੰਗਤ ਨੂੰ ਨਹੀਂ ਮਿਲਦਾ। ਗੁਰੂ ਘਰ ਤੁਸੀਂ 24 ਘੰਟਿਆਂ ਦੇ ਵਿੱਚ ਜਦੋਂ ਮਰਜ਼ੀ ਚੱਲ ਜਾਓ, ਹਰ ਸਮੇਂ ਤੁਹਾਨੂੰ ਲੰਗਰ ਮਿਲੇਗਾ। ਭਾਈ ਸਾਹਿਬ ਇਹ ਦੱਸੋ, ਜਦੋਂ ਤੁਸੀਂ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਜਾਂਦੇ ਹੋ, ਪਿੰਡ ਜਾਂਦੇ ਹੋ, ਸ਼ਹਿਰ ਸਾਹਿਬ ਜਾਂਦੇ ਹੋ ਲੋਕਾਂ ਦੇ, ਤੇ ਕਦੀ ਵਿਰੋਧ ਹੀ ਹੋਇਆ ਤੁਹਾਡਾ? ਕਿਸੇ ਲੋਕ ਵਿਰੋਧ ਕਰਦੇ ਹੋਣਗੇ ਇਸ ਚੀਜ਼ ਲੈ ਕੇ? ਦੇਖੋ ਜੀ, ਮੈਂ ਜਦੋਂ ਪ੍ਰਚਾਰ ਦੀ ਸੇਵਾ ਕਰਦਾ, ਕੁਝ ਕੁ % ਸਾਡੇ ਹੀ ਲੋਕ ਨੇ ਜਿਹੜਾ ਸਾਡਾ ਵਿਰੋਧ ਕਰਦੇ ਨੇ। ਕਿਉਂਕਿ ਮੈਂ ਦਮਦਮਾ ਸਾਹਿਬ ਦੀ ਧਰਤੀ ਤੇ 14 ਅਪ੍ਰੈਲ ਨੂੰ 2021 ਦੇ ਵਿੱਚ ਦਮਦਮਾ ਸਾਹਿਬ ਧਰਤੀ ਤੇ ਸ਼ਸਤਰਾਂ ਦੀ ਜਿਹੜੀ ਕਿਰਤ ਕਰ ਰਿਹਾ ਸੀ। 13 ਅਪ੍ਰੈਲ ਨੂੰ ਲਗਭਗ 12 ਵਜੇ ਦੁਪਹਿਰ ਦੇ ਕਿਰਤ ਕਰਨੀ ਸ਼ੁਰੂ ਕਰੀ ਰਾਤ ਤੱਕ। ਤੇ ਅਗਲੇ ਦਿਨ ਜਿਹੜਾ 14 ਅਪ੍ਰੈਲ ਨੂੰ ਮੇਰੀ ਦੁਕਾਨ ਆ ਕੇ ਉੱਥੋਂ ਦੇ ਜਿਹੜੇ ਜਥੇਦਾਰ ਨੇ ਅਰਜਨ ਦੇਵ ਸਿੰਘ ਜੀ ਸ਼ਿਵ ਜੀ ਤੇ ਹੋਰ ਇੱਕ ਧੰਨ ਬਾਬਾ ਬੰਦਾ ਸਿੰਘ ਬਾਬਾ ਦੀਪ ਸਿੰਘ ਜੀ ਨਾਂ ਤੇ ਕੋਈ ਦੁਕਾਨ ਹੈ, ਉਹ ਦੋ ਵੀਰਾਂ ਨੇ ਆ ਕੇ ਕਹਿ ਸਕਦਾ ਜਥੇਦਾਰਾਂ ਨੇ ਆ ਕੇ ਮੇਰੀ ਦੁਕਾਨ ਚੁਕਾਈ। ਕਹਿੰਦੇ ਜੀ ਕਿਹਦੀ ਪਰਮਿਸ਼ਨ ਲੈ ਕੇ ਤੁਸੀਂ ਦੁਕਾਨ ਲਾਈ? ਮੈਂ ਕਿਹਾ ਵੀ ਕਲਗੀਧਰ ਪਾਤਸ਼ਾਹ ਦੀ ਮੈਂ ਪਰਮਿਸ਼ਨ ਲੈ ਕੇ ਦੁਕਾਨ ਲਾਈ ਹੈ ਤੇ ਤਖਤ ਦਮਦਮਾ ਸਾਹਿਬ ਦੇ ਜਿਹੜੇ ਹੈੱਡ ਨੇ ਉਹ ਕਲਗੀਧਰ ਪਾਤਸ਼ਾਹ ਜੀ ਨੇ, ਪਰ ਉਹਨਾਂ ਨੇ ਆਪਣੇ ਆਪ ਨੂੰ ਕਹਿ ਲਾ ਮੁੱਖ ਰੱਖਿਆ ਹਮੇਸ਼ਾ ਹੀ। ਤੇ ਮੁੱਖ ਰੱਖਿਆ, ਮੈਂ ਵਾਰ-ਵਾਰ ਇੱਕੋ ਗੱਲ ਕਹੀ ਵੀ ਕਲਗੀਧਰ ਪਾਤਸ਼ਾਹ ਜੀ ਹੈੱਡ ਨੇ, ਪਰ ਉਹਨਾਂ ਨੇ ਮੇਰੀ ਇੱਕ ਨਾ ਸੁਣੀ। ਮੈਨੂੰ ਕਹਿੰਦੇ ਮਿੰਟਾਂ 'ਚ ਜਿਹੜੇ ਚੁਟਕੀ 'ਚ ਕਹਿੰਦੇ 1 ਮਿੰਟਾਂ 'ਚ ਦੁਕਾਨ ਆਪਣੀ ਜਿਹੜੀ ਦੁਕਾਨ ਚੱਕ। ਪਰ ਭਾਈ ਸਾਹਿਬ ਕਾਰਨ ਕੀ ਸੀ? ਕਿਉਂਕਿ ਤੁਸੀਂ ਸਿੱਖੀ ਦਾ ਪ੍ਰਚਾਰ ਕਰ ਰਹੇ ਹੋ, ਉਹ ਵੀ ਗੁਰਦੁਆਰਾ ਸਾਹਿਬ ਨੇ ਸਾਡੇ ਜਿਹੜੇ ਸਿੱਖ ਇਤਿਹਾਸ ਨੂੰ ਲੈ ਕੇ ਆ, ਅਸੀਂ ਲੋਕਾਂ ਨੂੰ ਸਿੱਖੀ ਨਾਲ ਜੋੜਨ ਵਾਸਤੇ ਤੁਸੀਂ ਕਰ ਰਹੇ ਹੋ, ਪ੍ਰੇਰਿਤ ਕਰ ਰਹੇ ਹੋ। ਫਿਰ ਕਾਰਨ ਕੀ ਆ? ਕਿਉਂ ਜਿਹੜਾ ਤੁਹਾਨੂੰ ਮਨਾ ਕਰ ਰਹੇ ਸੀ? ਉਹ ਕਾਰਨ ਇਹ ਸੀ ਕਿ ਉਹ ਪੈਸੇ ਭਾਲਦੇ ਸੀ ਜੀ ਮੇਰੇ ਕੋਲ। ਦੇਖੋ ਮੈਂ ਇੱਕ ਗਰੀਬ ਘਰ ਦਾ ਹੈ ਨਾ ਸਿੱਖ ਹੈ। ਮੈਂ 10,000 ਰੁਪਏ ਦੀ ਜਿਹੜੀ ਇਹ ਕਿਰਤ ਸ਼ੁਰੂ ਕਰੀ ਹੈ, 10,000 ਰੁਪਏ ਤੋਂ ਮੈਂ ਜਿਹੜੀ ਆਪਣੀ ਸ਼ਸਤਰਾਂ ਦੀ ਕਿਰਤ ਸ਼ੁਰੂ ਕਰੀ ਹੈ। ਉਹ ਕਹਿ ਸਕਦਾ ਮੈਂ ਇੱਕ ਇਸ਼ਾਰਾ ਮਾਤਰ, ਉਹ ਮੇਰੇ ਕੋਲੋਂ 10,000 ਰੁਪਈਆ ਭਾਲਦੇ ਸੀ ਕਿ ਸਾਨੂੰ ਕਿਰਾਇਆ ਦਿੱਤਾ ਜਾਵੇ ਤਾਂ ਇਹ ਦੁਕਾਨ ਇੱਥੇ ਲਾਵੇ, ਸਾਡੀ ਪਰਮਿਸ਼ਨ ਲੈ ਕੇ ਨਾਲੇ ਲਾਵੇ। ਪਰ ਮੈਂ ਹਮੇਸ਼ਾ ਹੀ ਗੁਰੂ ਨੂੰ ਮੁੱਖ ਰੱਖਿਆ, ਕਿਸੇ ਜਥੇਦਾਰ ਨੂੰ ਮੁੱਖ ਨਹੀਂ ਰੱਖਿਆ। ਸਾਰੇ ਜਥੇਦਾਰ ਜਿਹੜੇ ਸਤਿਕਾਰਯੋਗ ਨੇ, ਮੈਂ ਬਾਬਾ ਬਲਵੀਰ ਸਿੰਘ ਜੀ 96 ਕੌੜੀ ਬੁੱਢੇ ਦਲ ਦੇ ਜਥੇਦਾਰ ਨੇ, ਉਹਨਾਂ ਨੂੰ ਵੀ ਬੇਨਤੀ ਕਰਾਂ ਵੀ ਕੋਈ ਵੀ ਜਿਹੜਾ ਨੌਜਵਾਨ ਸਿੱਖ ਜਿਹੜਾ ਗੁਰੂ ਘਰ ਦੇ ਵਿੱਚ ਜਿਹੜਾ ਆਪਣੀ ਕਿਰਤ ਕਰਦਾ ਏ, ਉਹਨੂੰ ਜਿਹੜਾ ਉਹ ਤੋਂ ਕਿਰਾਇਆ ਨਾ ਲਿੱਤਾ ਜਾਵੇ। ਉਹ ਆਪਣੀ ਖੁਸ਼ੀ ਦੇ ਨਾਲ ਜਿੰਨਾ ਵੀ ਉਹਦਾ ਦਸਵੰਧ ਬਣਦਾ ਏ ਉਹ ਆਪਣੀ ਖੁਸ਼ੀ ਦੇ ਨਾਲ ਤੁਹਾਨੂੰ ਹਾਜ਼ਰ ਕਰੇਗਾ। ਤੇ ਦੂਜਾ ਇਹ ਗੁਰੂ ਘਰਾਂ ਦੇ ਵਿੱਚ ਦੇਖੋ ਜਿਹੜੀ ਆ ਭੰਗ ਦੀਆਂ ਟਿੱਕੀਆਂ, ਭੰਗ ਦੇ ਪਕੌੜੇ, ਭੰਗ ਜਿਹੜੀ ਵੇਚੀ ਜਾ ਰਹੀ ਆ, ਉਹ ਜਿਹੜਾ ਸਿੱਖ ਧਰਮ ਦਾ ਸਾਡਾ ਸੁਨੇਹਾ ਉਹ ਗਲਤ ਜਾ ਰਿਹਾ। ਇਹ ਸ਼ਾਇਦ ਜਥੇਦਾਰ ਸਾਹਿਬ ਜੀ ਆਪ ਜੀ ਨੂੰ ਪਤਾ ਨਹੀਂ ਪਤਾ,
ਪਰ ਮੈਂ ਜਦੋਂ ਦੇਖਿਆ ਕਿ ਉੱਥੇ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਇਸੇ ਚੀਜ਼ ਦੀਆਂ ਸਾਡੇ ਬੰਦਿਆਂ ਨੇ, ਸਾਡੇ ਸਿੰਘਾਂ ਨੇ ਲਾਈਆਂ ਪਈਆਂ ਸੀ। ਫਿਰ ਦੂਜਾ ਇਹ ਆ ਕਿ ਸਾਡਾ ਹੀ ਪਹਿਰਾਵਾ ਪਾ ਕੇ ਕਈ ਸਿੰਘ ਜਿਹੜੇ ਸ਼ਰਾਰਤੀ ਅਨਸਰ ਕਹਿ ਸਕਦਾ, ਉਹ ਚੋਰੀਆਂ ਕਰਦੇ ਨੇ। ਜੇ ਮੇਰੇ ਵਰਗਾ ਸਿੰਘ ਉਹਨੂੰ ਚੋਰੀ ਕਰਨ ਤੋਂ ਰੋਕਦਾ, ਉਹਦੇ ਉੱਪਰ ਜਾ ਕੇ ਹਮਲਾ ਕਰਦੇ ਨੇ। ਇਸ ਤਰ੍ਹਾਂ ਹੀ ਦਮਦਮਾ ਸਾਹਿਬ ਦੀ ਧਰਤੀ ਤੇ ਇੱਕ ਨਿਹੰਗ ਸਿੰਘਾਂ ਦੀ ਜਿਹੜਾ ਟੁਕੜੀ ਕਹਿ ਸਕਦਾ, ਟੋਲੇ ਵੱਲੋਂ ਇੱਕ ਨੌਜਵਾਨ ਵੀਰ ਦੇ ਉੱਪਰ ਹਮਲਾ ਕੀਤਾ ਗਿਆ। ਉਹਦੀ ਗੋਲਕ ਨੂੰ ਹੱਥ ਪਾਇਆ ਗਿਆ। ਜਦੋਂ ਉਹਨੇ ਹੱਥ ਪਾਉਣ ਤੋਂ ਉਹਨੂੰ ਰੋਕਿਆ, ਉਹਨੇ ਉਹਨਾਂ ਨੂੰ ਜਿਹੜਾ ਆਪਸ ਵਿੱਚ ਝਗੜਾ ਹੋਇਆ, ਝਗੜਾ ਹੋਣ ਤੋਂ ਬਾਅਦ ਉਹਦੇ ਉੱਪਰ ਹਮਲਾ ਕਰਤਾ। ਉਹਦੇ ਕਹਿ ਸਕਦਾ ਬਾਂਹ ਦੇ ਉੱਪਰ ਹਮਲਾ ਕਰਿਆ, ਬਾਂਹ ਜਿਹੜੀ ਵੱਢ ਦਿੱਤੀ ਗਈ। ਇਹ ਬੜੀ ਮੰਦਭਾਗੀ ਘਟਨਾ ਹੈ, ਜਿਹੜਾ ਕਿ ਸਾਡੇ ਉਹ ਲੋਕ ਸਾਡਾ ਪਹਿਰਾਵਾ ਪਾ ਕੇ ਸਾਡੇ ਧਰਮ ਨੂੰ ਦਾਗ ਲਾ ਰਹੇ ਨੇ। ਪਰ ਕੀ ਕਹਿਣਾ ਚਾਹੋਗੇ ਤੁਸੀਂ? ਜਥੇਦਾਰ ਸਾਹਿਬ ਨੂੰ ਬੇਨਤੀ ਨਹੀਂ ਕੀਤੀ ਵੀ ਜਥੇਦਾਰ ਸਾਹਿਬ ਅਸੀਂ ਜਿਹੜਾ ਵਾ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਹਾਂ, ਤੁਸੀਂ ਵੀ ਪ੍ਰਚਾਰ ਕਰ ਰਹੇ ਹੋ, ਅਸੀਂ ਵੀ ਜਿਹੜਾ ਫਿਰ ਮੈਂ ਪਿੰਡ ਜਾ ਕੇ ਜਿਹੜਾ ਪ੍ਰਚਾਰ ਕਰ ਰਿਹਾ ਵਾਂ, ਲੋਕਾਂ ਨੂੰ ਦੱਸ ਰਿਹਾ ਵੀ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਆਪਣਾ ਜਿਹੜਾ ਪਰਿਵਾਰ ਜਿਹੜਾ ਸੀਸ ਵਾਰ ਕੇ ਸਾਰਾ ਆਪਣਾ ਪਰਿਵਾਰ ਵਾਰਤਾ ਸਿੱਖੀ ਕਰਕੇ, ਤੁਸੀਂ ਦੱਸਿਆ ਨਹੀਂ ਉਹਨਾਂ ਨੂੰ? ਦੇਖੋ ਜੀ, ਮੈਨੂੰ ਉਹਨਾਂ ਦੇ ਕੋਲ ਜਾਣ ਦਾ ਸਮਾਂ ਨਹੀਂ ਮਿਲਿਆ, ਕਿਉਂਕਿ ਮੈਂ ਹਮੇਸ਼ਾ ਹੀ ਜਦੋਂ ਵੀ ਕਿਤੇ ਜਾਂਦਾ ਹਮੇਸ਼ਾ ਗੁਰੂ ਸਾਹਿਬ ਨੂੰ ਮੁੱਖ ਰੱਖਦੇ ਹੋਏ ਆਪਾਂ ਸਤਿਕਾਰ ਕਰਿਆ। ਗੁਰੂ ਸਾਹਿਬ ਨੂੰ ਉੱਥੇ ਗੁਰੂ ਘਰ ਦੀ ਵੱਧ ਹਾਜ਼ਰੀ ਭਰਨ ਦੀ ਕੋਸ਼ਿਸ਼ ਕਰੀਦੀ ਆ, ਕਿਉਂਕਿ ਜਦੋਂ ਕਹਿ ਸਕਦਾ ਜਥੇਦਾਰਾਂ ਨੂੰ ਮਿਲਣ ਦੇ ਲਈ ਜਾਈਦਾ ਏ, ਉਹਨਾਂ ਦੇ ਆਲੇ ਦੁਆਲੇ ਕਹਿ ਸਕਦਾ ਏ ਸਿੰਘਾਂ ਦੀ ਜਾਂ ਪੰਜਾਬ ਪੁਲਿਸ ਦੀ ਜਾਂ ਹੋਰ ਕਮਾਂਡੋ ਫੋਰਸਾਂ ਦੀ ਸਿਕਿਉਰਿਟੀ ਬਹੁਤ ਜ਼ਿਆਦਾ ਹੁੰਦੀ ਹੈ। ਫਿਰ ਮੇਰੇ ਕੁਦਰਤੀ ਸ਼ਸਤਰ ਧਾਰਨ ਕਰੇ ਹੁੰਦੇ, ਕਈ ਵਾਰ ਫਿਰ ਅਗਲਾ ਕਹਿ ਸਕਦਾ ਮਾੜੀ ਨਿਗਾਹ ਵੀ ਮੇਰੇ ਤੇ ਰੱਖਦਾ ਵੀ ਕਿਤੇ ਹਮਲਾ ਨਾ ਕਰੇ। ਤੇ ਫਿਰ ਇਸ ਕਰਕੇ ਮੈਂ ਨਹੀਂ ਜਾਂਦਾ ਜਥੇਦਾਰਾਂ ਦੇ ਕੋਲ, ਸਿਰਫ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਾ ਕੇ ਕਹਿ ਸਕਦਾ ਹਾਜ਼ਰੀ ਭਰਦਾ। ਠੀਕ ਹੈ ਜੀ। ਅਸੀਂ ਵੀ ਜਥੇਦਾਰ ਸਾਹਿਬ ਨੂੰ ਅਪੀਲ ਕਰਦੇ ਹਾਂ ਵੀ ਅਜਿਹਾ ਕਿ ਜਿਹੜਾ ਗੁਰਸਿੱਖ ਜਿਹੜਾ ਨੌਜਵਾਨ ਆ ਸਿੱਖੀ ਦਾ ਪ੍ਰਚਾਰ ਕਰ ਰਿਹਾ ਵਾ, ਤੇ ਸਾਨੂੰ ਵੀ ਉਹਨੂੰ ਜਿਹੜਾ ਇੱਕ ਹਿੰਮਤ ਦੇਣੀ ਚਾਹੀਦੀ ਹੈ, ਇੱਕ ਉਹਨੂੰ ਜਿਹੜੀ ਪ੍ਰੇਰਨਾ ਜਿਹੜੀ ਮਿਲਣੀ ਜਾਣੀ ਚਾਹੀਦੀ ਆ। ਪਰ ਕਿਉਂ ਜਿਹੜਾ ਵਾ ਇਸ ਜਿਹੜਾ ਸਿੱਖੀ ਧਰਮ ਦੇ ਜਿਹੜੇ ਲੋਕ ਅਜਿਹੇ ਬੈਠੇ ਨੇ, ਜਿਹੜੇ ਕਿ ਧਰਮ ਦੇ ਠੇਕੇਦਾਰ ਆਪਣੇ ਆਪ ਨੂੰ ਕਹਿੰਦੇ ਨੇ, ਤੇ ਸਾਡੀ ਉਹਨਾਂ ਅਪੀਲ ਹੈ ਜਥੇਦਾਰ ਸਾਹਿਬ ਨੂੰ ਵੀ ਇਹਨਾਂ ਲੋਕਾਂ ਤੇ ਜਿਹੜਾ ਐਕਸ਼ਨ ਲੈਣਾ ਚਾਹੀਦਾ ਵਾ, ਕਿਉਂਕਿ ਇੱਕ ਜਿਹੜਾ ਨੌਜਵਾਨ ਹੈ ਜਿੱਥੇ ਕਿ ਸਾਡੀ ਸਿੱਖੀ ਜਿਹੜੀ ਆ ਬਹੁਤ ਘਟਦੀ ਜਾਂਦੀ ਹੈ। ਕਿਉਂਕਿ ਜਿਹੜੇ ਜ਼ਿਆਦਾਤਰ ਅਸੀਂ ਦੇਖਦੇ ਹਾਂ ਵੀ ਜਿਹੜਾ ਸਿੱਖਾਂ ਦੇ ਬੱਚੇ ਨੇ ਜ਼ਿਆਦਾਤਰ ਉਹ ਜਿਹੜੇ ਆਪਣੇ ਜਿਹੜੇ ਕੇਸ ਕਤਲ ਕਰਾਈ ਜਾ ਰਹੇ ਨੇ, ਅਤੇ ਉਹ ਜਿਹੜਾ ਨੌਜਵਾਨ ਇੱਕ ਜਿਹੜਾ ਬੀੜਾ ਚੁੱਕਿਆ ਉਹਨੇ ਜਿਹੜਾ ਵਾ ਪਿੰਡ ਜਾ ਕੇ ਲੋਕਾਂ ਨੂੰ, ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਵੀ ਗੁਰੂ ਵਾਲੇ ਜਿਹੜੇ ਬਣੋ ਅਤੇ ਅੰਮ੍ਰਿਤ ਦਾ ਜਿਹੜਾ ਬਾਟਾ ਜਿਹੜਾ ਛਕਣਾ ਚਾਹੀਦਾ ਵਾ। ਤੇ ਸਾਡੀ ਵੀ ਅਪੀਲ ਹੈ ਵੀ ਵੱਧ ਤੋਂ ਵੱਧ ਜਿਹੜੇ ਆ ਨੌਜਵਾਨ ਇਸ ਜਿਹੜੇ ਗੁਰੂ ਦੀ ਲਹਿਰ ਵੱਲ ਲੱਗਣ।